USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ 'ਚ ਆਪ ਸਭ ਦਾ ਸਵਾਗਤ ਹੈ। ਅੱਜ 19 ਅਗਸਤ ਦਿਨ ਸ਼ੁੱਕਰਵਾਰ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਨੇਜਰ, ਵੁਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ, ਗੁਰਮੀਤ ਸਿੰਘ, ਧਿਆਨਖੁਰ ਸਮਰਾ, ਮੋਡੈਸਟੋ, ਜੱਸੀ ਗਿੱਲ, ਪਲੰਬਿੰਗ ਵਾਲੇ, ਧਰਮ ਸਿੰਘ, ਬੇਕਰਸਫੀਲਡ, ਜੀ ਐਂਡ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ, ਸੈਂਟਾਨੈਲਾ ਦੇ ਵਿੱਚ ਲੋਕੇਸ਼ਨ ਹੈ। ਕਾਲ ਨੇ ਮਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541 ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਉਪ ਮੁੱਖ ਮੰਤਰੀ ਦਿੱਲੀ ਦੇ ਜਿਹੜੇ ਸਿਸੋਦੀਆ, ਉਹਨਾਂ ਦੇ ਘਰੇ ਰੇਡ, ਆਪ ਨੇ ਇਸ ਨੂੰ ਬਦਲਾਖੋਰੀ ਦੱਸਿਆ। ਬਿਲਕੁਲ ਜੀ, ਮੈਰਾਥਨ ਰੇਡ ਜਿਹੜੀ ਆ ਹਾਲੇ ਵੀ ਚੱਲ ਰਹੀ ਆ। ਮਤਲਬ ਕਿ ਹੁਣ ਤੁਸੀਂ ਦੇਖ ਲਓ ਕਿ 8:45 ਹੋ ਗਏ ਨੇ ਤੇ ਸਵੇਰੇ 7-8 ਵਜੇ ਖਬਰਾਂ ਆਉਣੀਆਂ ਸਟਾਰਟ ਹੋਈਆਂ ਸੀ। ਲਗਭਗ 12 ਘੰਟੇ ਤੇ ਹੋ ਗਏ ਆ। 12 ਘੰਟੇ ਤੇ ਮੰਨ ਕੇ ਚੱਲੋ, ਹੁਣ ਐਗਜ਼ੈਕਟ ਟਾਈਮ ਦਾ ਨਹੀਂ ਪਤਾ ਕਿ ਕਿਹੜੇ ਵੇਲੇ ਐਂਟਰ ਹੋਏ ਨੇ, ਪਰ ਸਾਜਰੇ ਹਜੇ ਲੋਕ ਮੂੰਹ ਹੱਥ ਧੋ ਰਹੇ ਸੀਗੇ, ਚਾਹ ਪਾਣੀ ਦੀ ਤਿਆਰੀ ਸੀ। ਤਾਂ ਠੀਕ ਉਸ ਵੇਲੇ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਕਹਿ ਦਿੱਤਾ ਸੀਗਾ ਕਿ ਆਓ ਜੀ ਆਇਆਂ ਨੂੰ, ਮਤਲਬ ਕਿ CBI ਨੂੰ ਕਹਿ ਦਿੱਤਾ ਸੀਗਾ। ਤੇ ਮੈਂ ਕਿਹਾ ਲਓ ਵੀ ਹੁਣ ਤੁਸੀਂ ਵੀ ਭੱਜੋ, ਪੰਜਾਬ ਵਾਲਿਓ, ਤੁਸੀਂ ਵੀ ਟਵਿੱਟਰ ਤੇ ਭੱਜੋ, ਪੁਲਿਸ ਪੈ ਗਈ ਜੇ। ਸੋ ਪੁਲਿਸ ਪੈ ਗਈ ਸਵੇਰੇ ਸਵੇਰੇ। ਤੇ ਉਸ ਤੋਂ ਬਾਅਦ ਹਾਲੇ ਵੀ CBI ਜਿਹੜੀ ਆ ਉਹ ਕੁਝ ਟਿਕਾਣਿਆਂ ਤੇ ਅਤੇ ਸਿਸੋਦੀਆ ਦੇ ਘਰ ਦੇ ਵਿੱਚ ਰੇਡ ਕਰਕੇ ਜੋ ਉੱਥੋਂ ਹਾਸਲ ਕਰ ਸਕਦੀ ਹੈ ਜਾਂ ਕਰਨਾ ਚਾਹੁੰਦੀ ਹੈ, ਉਹਦੇ ਵਾਸਤੇ ਜਦੋਜਹਿਦ ਕਰ ਰਹੀ ਹੈ। ਪਰ ਉਸ ਤੋਂ ਬਾਅਦ ਸਾਰਾ ਦਿਨ ਅੱਜ ਰਾਜਨੀਤੀ ਦੇ ਵਿੱਚ ਚੁੰਝ ਪੜਾਈ ਹੁੰਦੀ ਰਹੀ। ਇੱਕ ਪਾਸੇ ਮਤਲਬ ਕਿ ਸਵੇਰੇ 8:30 ਵਜੇ ਜਦੋਂ ਹੀ ਇਹ ਸਿਲਸਿਲੇਵਾਰ ਤਰੀਕੇ ਨਾਲ ਖਬਰਾਂ ਆਉਣੀਆਂ ਸਟਾਰਟ ਹੋਈਆਂ, ਤਾਂ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਬਿਲਕੁਲ ਆਪੋ ਸਾਹਮਣੇ ਹੋ ਗਏ। ਰਾਜ ਸਭਾ ਦੇ ਸੰਸਦ ਮੈਂਬਰ ਰਾਘਵ ਚੱਡਾ, ਜਿਨ੍ਹਾਂ ਨੂੰ ਆਪਾਂ ਮਿੰਨੀ ਦੇ ਤੌਰ ਤੇ ਜਾਣਦੇ ਆ, ਤਾਂ ਇਹਨਾਂ ਨੇ ਕਿਹਾ ਕਿ CBI ਨੇ ਅਰਵਿੰਦ ਕੇਜਰੀਵਾਲ ਦੇ ਇੱਥੇ ਛਾਪਾ ਮਾਰਿਆ। ਕੇਵਲ 4 ਮਫਲਰ ਮਿਲੇ ਸੀਗੇ। ਤੇ ਹੁਣ ਮਨੀਸ਼ ਸਿਸੋਦੀਆ ਦੇ ਘਰ ਦੇ ਵਿੱਚ ਵੀ ਇਹਨਾਂ ਨੂੰ ਕੇਵਲ ਤੇ ਕੇਵਲ ਪੈਨਸਲ, ਨੋਟਬੁੱਕ ਤੇ ਜਿਓਮੈਟਰੀ ਬਾਕਸ ਹੀ ਮਿਲ ਲੱਗੇ। ਉਧਰ BJP ਦੇ ਨੇਤਾ, ਇਹਨਾਂ ਦੇ ਪੁਰਾਣੇ ਸਾਥੀ ਕਪਿਲ ਮਿਸ਼ਰਾ ਨੇ ਕਿਹਾ ਕਿ ਵਿਦੇਸ਼ੀ ਅਖਬਾਰਾਂ ਦੇ ਵਿੱਚ ਫੋਟੋ ਲਾ ਕੇ, ਤੇ ਇਹ ਸਰਕਾਰੀ ਸਕੂਲ ਦਾ ਨਹੀਂ, ਇਹ ਫੋਟੋ ਤੁਸੀਂ ਪ੍ਰਾਈਵੇਟ ਸਕੂਲ ਦਾ ਲਾਇਆ। ਕਹਿੰਦੇ ਜੀ ਨਿਊਯਾਰਕ ਟਾਈਮਸ ਦੇ ਵਿੱਚ ਅੱਜ ਹੀ ਵੇਖੋ ਸਾਡੀ ਛਪੀ ਸੀ ਫੋਟੋ, ਤੇ ਅੱਜ ਹੀ ਇਹਨਾਂ ਤੋਂ ਜਰਿਆ ਨਹੀਂ ਗਿਆ। ਵੇਖ ਲਓ ਕਿੰਨੇ ਮਾੜੇ ਬੰਦੇ ਹੈਗੇ ਆ ਭਾਰਤੀ ਜਨਤਾ ਪਾਰਟੀ ਵਾਲੇ, ਕਿਉਂਕਿ ਉਹਨਾਂ ਨੇ ਸਾਫ਼ ਕਿਹਾ, ਉਹਨਾਂ ਆਖਿਆ ਕਿ ਚੜ੍ਹਤ ਜਰੀ ਨਹੀਂ ਜਾਂਦੀ, ਮੱਚ ਨਾ ਰੀਸ ਕਰ। ਤੇ ਇਹ ਮਤਲਬ ਕਿ ਉਧਰੋਂ ਕਪਿਲ ਮਿਸ਼ਰਾ ਕਹਿੰਦਾ ਕਿ ਯਾਰ ਝੂਠ ਨਾ ਬੋਲੋ, ਇਹ ਤੇ ਪ੍ਰਾਈਵੇਟ ਸਕੂਲ ਦੀ ਫੋਟੋ ਆ। ਤਾਂ ਉਸ ਤੋਂ ਬਾਅਦ ਫਿਰ ਸਿਸੋਦੀਆ ਦੇ 3 ਟਵੀਟ ਆਉਂਦੇ ਆ। 11 ਵਜੇ ਸੰਜੇ ਸਿੰਘ ਪ੍ਰੈਸ ਕਾਨਫਰੰਸ ਕਰਦੇ ਆ, ਕਹਿੰਦੇ ਕਿ ਮੋਦੀ ਜੀ ਕੇਜਰੀਵਾਲ ਨੂੰ ਰੋਕ ਨਹੀਂ ਪਾਉਣਗੇ। ਉਹ ਵੀ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ। ਫਿਰ ਸੰਜੇ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਅੱਜ ਕੱਲ੍ਹ ਨੀਂਦ ਨਹੀਂ ਆਉਂਦੀ, ਦਿੱਲੀ ਮਾਡਲ ਦੁਨੀਆ ਭਰ ਦੇ ਵਿੱਚ ਲੋਕਪ੍ਰਿਯ ਹੋ ਰਿਹਾ ਹੈ। ਫਿਰ ਵਾਰੀ ਆਈ ਭਾਰਤੀ ਜਨਤਾ ਪਾਰਟੀ ਦੀ। ਉਹ ਕਹਿੰਦੇ ਖਲੋ ਜੋ, ਅਸੀਂ ਦੱਸਦੇ ਹਾਂ ਤੁਹਾਨੂੰ। ਉਹਨਾਂ ਨੇ ਪੁਤਲੇ ਫੋਲਣੇ ਸ਼ੁਰੂ ਕਰ ਦਿੱਤੇ। ਸ਼ਰਾਬ ਪਾਲਿਸੀ ਜਿਹਨੂੰ ਲੈ ਕੇ ਰੇਡ ਹੋਈ ਹੈ, ਤੇ ਉਹਨਾਂ ਨੇ ਉਹਦੀਆਂ ਕਮੀਆਂ ਪੇਸ਼ੀਆਂ, ਊਣਤਾਈਆਂ ਸਾਰੀਆਂ ਗਣਾਉਣੀਆਂ ਸਟਾਰਟ ਕਰ ਦਿੱਤੀਆਂ। ਤੇ ਇੱਥੋਂ ਤੱਕ ਕਿਹਾ ਕਿ ਝੂਠ ਬੋਲਣ ਦੇ ਵਿੱਚ ਤੇ ਮਾਸਟਰ ਡਿਗਰੀ ਕਰ ਲਈ ਨੇ। ਨਿਊਯਾਰਕ ਟਾਈਮਸ ਦੇ ਵਿੱਚ ਵੀ ਕਹਿੰਦੇ ਕਿ ਪੇਡ ਨਿਊਜ਼ ਛਪਾਈ ਬੈਠੇ ਆ ਪੱਟੂ। ਪਰ ਦੇਰ ਸ਼ਾਮ ਇਸ ਗੱਲ ਦੀ ਉੱਥੋਂ ਪੁਸ਼ਟੀ ਹੋ ਗਈ ਕਿ ਇਹ ਪੇਡ ਨਿਊਜ਼ ਨਹੀਂ ਸੀਗੀ, ਸਟੋਰੀ ਸੀਗੀ।
ਹੁਣ ਸਟੋਰੀ ਕਿੱਦਾਂ ਲੱਗੀ ਹੈ ਕਿੱਦਾਂ ਨਹੀਂ ਲੱਗੀ ਇਹਦੇ ਬਾਰੇ ਹਾਲੇ ਆਪਾਂ ਕੁਝ ਕਹਿ ਨਹੀਂ ਸਕਦੇ। ਤਾਂ ਸਿਸੋਦੀਆ ਦੇ ਘਰ ਦੇ ਮੂਹਰੇ ਫਿਰ 144 ਲੱਗ ਜਾਂਦੀ ਹੈ, 1:30 ਵਜੇ ਦੇ ਕਰੀਬ ਇਹ ਖਬਰ ਆ ਜਾਂਦੀ ਆ। ਫਿਰ ਰਾਘਵ ਚੱਡਾ ਨੇ ਕਿਹਾ ਕਿ ਜੇਕਰ ਪੇਡ ਨਿਊਜ਼ ਹੁੰਦੀ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਰੋਜ਼ ਫਰੰਟ ਪੇਜ ਤੇ ਜਾਂਦੀ, ਮਤਲਬ ਕਿ ਉਦੋਂ ਤੱਕ ਉਹ ਝਗੜਾ ਛਿੜ ਚੁੱਕਾ ਸੀਗਾ। ਫਿਰ ਚੀਫ ਸੈਕਟਰੀ ਦੀ ਰਿਪੋਰਟ ਦੇ ਵਿੱਚ ਸਿਸੋਦੀਆ ਦਾ ਕਿਉਂਕਿ ਨਾਮ ਸੀ ਤੇ ਚਰਚਾ ਚੱਲੀ ਕਿ ਕੀ FIR ਦੇ ਵਿੱਚ ਨਾਮ ਹੋਏਗਾ, ਤਾਂ ਦੇਰ ਸ਼ਾਮ ਇਹ ਖਬਰ ਵੀ ਆ ਗਈ ਕਿ ਨਾਮ ਸਿਸੋਦੀਆ ਦਾ ਹੈ। ਤਾਂ ਹੁਣ ਕੁੱਲ ਮਿਲਾ ਕੇ ਕਹਿ ਲਓ ਕਿ ਬੇਸ਼ੱਕ ਅਰਵਿੰਦ ਕੇਜਰੀਵਾਲ ਨੇ, ਭਗਵੰਤ ਮਾਨ ਨੇ, ਰਾਘਵ ਚੱਡਾ ਨੇ, ਜਾਂ ਬਹੁਤ ਵੱਡੀ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈ, ਸਾਰਿਆਂ ਨੇ ਇਸ ਚੀਜ਼ ਨੂੰ ਬਦਲਾਖੋਰੀ ਦੱਸਿਆ, ਪਰ ਮਨੀਸ਼ ਸਿਸੋਦੀਆ ਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਹੈ ਉਹ ਲਟਕ ਰਹੀ ਹੈ। ਹੁਣ ਇੱਕ ਪਾਸੇ ਮਾਡਲ ਹੈ ਤੇ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਹੈ ਕਿ ਉਹ ਲੋਕ ਨੇ ਜਿਨ੍ਹਾਂ ਨੇ ਇਹ ਮਾਡਲ, ਜਿਵੇਂ ਆਂਦੇ ਆ ਨਾ ਕਿ ਇਹਨਾਂ ਹਥਿਆਰਾਂ ਨਾਲ ਤੇ ਕਾਤੀਆਂ ਮੈਂ ਖੇਡ ਖੇਡ ਕੇ ਛੱਡ ਚੁੱਕਾ ਹਾਂ, ਖੇਡ ਕੇ ਬਹੁਤ ਪੁਰਾਣੇ ਹੋ ਚੁੱਕੇ ਆ। ਤਾਂ ਇਹ ਮਾਡਲ ਖੇਡਣ ਵਾਲੇ ਤੇ ਬਹੁਤ ਪੁਰਾਣੇ ਖਿਡਾਰੀ ਜੀ, ਇਹ ਜਿਹੜੇ ਹੈਗੇ ਨੇ ਗੁਜਰਾਤ ਮਾਡਲ ਵਾਲੇ। ਤਾਂ ਇੱਕ ਪਾਸੇ ਦਿੱਲੀ ਮਾਡਲ, ਦੂਜੇ ਪਾਸੇ ਗੁਜਰਾਤ ਮਾਡਲ। ਉਹ ਕਹਿੰਦੇ ਬਚ ਕੇ ਨਾ ਜਾਣੇ ਪਾਏਗਾ, ਕਿਉਂਕਿ ਉਹ ਗੁਜਰਾਤ ਦੇ ਵਿੱਚ ਦਸਤਕ ਦੇ ਰਿਹਾ, ਹਿਮਾਚਲ ਚ ਆ ਰਿਹਾ। ਕਾਂਗਰਸ ਕਹਿੰਦੀ ਹੈ ਕਿ ਸਾਡੀ ਖੇਡ ਵਿਗਾੜ ਰਿਹਾ ਕੇਜਰੀਵਾਲ। ਕੁਝ ਲੋਕ ਕਹਿ ਰਹੇ ਆ ਕਿ ਏਦਾਂ ਕਰਕੇ ਕੇਜਰੀਵਾਲ ਨੂੰ ਹਵਾ ਦਿੱਤੀ ਜਾ ਰਹੀ ਹੈ, ਪਰ ਉਹ ਕਹਿੰਦੇ ਕਿ ਨਹੀਂ, ਸਾਡੇ ਨਾਲ ਤੇ ਭੈੜੇ ਬਦਲਾਖੋਰੀ ਹੋ ਰਹੀ ਹੈ। ਹੁਣ ਕੀ ਹੋ ਰਿਹਾ ਪਤਾ ਨਹੀਂ, ਪਰ ਹਾਲ ਦੀ ਘੜੀ ਤਲਾਸ਼ੀ ਹੋ ਰਹੀ ਹੈ। ਜੀ ਜੀ। ਸੋ ਦੇਖੋ ਇਹ ਗੱਲ ਅੱਗੇ ਦਾ ਕਿੱਥੇ ਜਿਹੜੀ ਉਹ ਚੱਲਦੀ ਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਰੈਲੀਆਂ ਕਰਨ ਦਾ ਐਲਾਨ। ਦੇਖੋ ਸੰਯੁਕਤ ਕਿਸਾਨ ਮੋਰਚੇ, ਮੈਨੂੰ ਮੈਂ ਖੁਦ ਕਨਫਿਊਜ਼ ਹਾਂ ਕਿ ਅਜਿਹਾ ਕਿਉਂ ਮੀਡੀਆ ਆਊਟਲੈਟ ਦੇ ਵਿੱਚ ਛਪਿਆ ਹੈ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਤੇ ਲਖੀਮਪੁਰ ਖੀਰੀ ਫਿਰਦਾ ਹੈ। SKM ਤਾਂ ਇਹ ਫਿਰਦਾ ਵਾ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਗਏ ਹੋਏ ਨੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਕਿਸਾਨ ਕਾਰਕੁਨ ਤੇ ਇੱਥੇ ਪਿੱਛੋਂ ਇਹ ਰਾਜੇਵਾਲ ਸਾਹਿਬ ਕਹਿੰਦੇ ਆ ਕਿ ਜੀ ਆਪਾਂ ਨੇ ਇੱਕ ਪ੍ਰੋਗਰਾਮ ਲਿਖ ਦਿੱਤਾ, ਕਹਿੰਦੇ ਆ ਕਿ ਅਸੀਂ ਹੁਣ ਪੰਜਾਬ ਅਤੇ ਪਾਣੀਆਂ ਦੇ ਮੁੱਦੇ ਤੇ ਕਾਨਫਰੰਸਾਂ ਕਰਾਂਗੇ। ਕਿੱਥੇ ਕਿੱਥੇ ਕਰਨੀਆਂ? 15, 20, 30 ਸਤੰਬਰ, 5 ਅਕਤੂਬਰ, 10 ਅਕਤੂਬਰ ਤੇ 15 ਅਕਤੂਬਰ। ਇਹ ਰੈਲੀਆਂ ਜਿਹੜੀਆਂ ਹੋਣੀਆਂ ਜੇ ਉਹ ਹੋਣੀਆਂ ਨੇ ਫਤਿਹਗੜ੍ਹ ਸਾਹਿਬ, ਮਹਿਤਾ ਚੌਂਕ ਅੰਮ੍ਰਿਤਸਰ, ਫਗਵਾੜਾ, ਬਠਿੰਡਾ, ਮੋਰਿੰਡਾ, ਨਾਭਾ, ਤਲਵੰਡੀ ਭਾਈ, ਸਾਰੀਆਂ ਜਗ੍ਹਾ ਦੱਸ ਦਿੱਤੀਆਂ। ਟਾਈਮ ਆ ਗਿਆ, ਪਰ ਵੱਡਾ ਸਵਾਲ ਇਹ ਆ ਗਿਆ ਕਿ ਭਾਈ SKM ਤਾਂ ਉੱਥੇ ਬੈਠਿਆ, ਇਹ ਮਤਲਬ ਕਿ SKM 2 ਹੈ, ਜਿਵੇਂ ਅੱਜ ਕੱਲ ਫਿਲਮਾਂ ਆਉਂਦੀਆਂ, 3 ਆ ਗਈ, 4 ਆ ਗਈ, 5 ਆ ਗਈ, ਚੱਲ ਕੀ ਰਿਹਾ? ਕਿਉਂਕਿ ਇਹਨਾਂ ਨੂੰ ਤੇ ਅੱਡ ਕੀਤਾ ਹੋਇਆ ਉਹਨਾਂ ਨੇ। ਇਹ ਤੇ ਇੱਕ ਮੀਟਿੰਗ ਦੇ ਵਿੱਚ ਜੁੱਤੀ ਹੁੰਦੇ ਮਸਾਂ ਬਚੇ ਸਨ ਦਿੱਲੀ ਦੇ ਵਿੱਚ। ਇਹਨਾਂ ਦੇ ਇੱਕ ਸਾਥੀ ਨੇ ਮੈਨੂੰ ਖੁਦ ਦੱਸਿਆ ਕਿ ਧੱਕਾ ਮੁੱਕੀ ਤੱਕ ਗੱਲ ਪਹੁੰਚ ਗਈ ਸੀ। ਸੋ ਗੱਲ ਇਹ ਆ ਕਿ ਇਹ ਹੁਣ ਫੇਰ ਨਾ ਯੂਜ਼ ਕਰੀ ਜਾਂਦੇ ਆ ਸੰਯੁਕਤ ਕਿਸਾਨ ਮੋਰਚਾ। ਇਹ ਤੇ ਹੈਗੇ ਸੀ ਸੰਯੁਕਤ ਸਮਾਜ ਮੋਰਚਾ ਵਾਲੇ, ਕਿਉਂਕਿ ਜਿਹੜੀ ਧਿਰ ਨੇ ਇਲੈਕਸ਼ਨ ਲੜਿਆ ਸੰਯੁਕਤ ਸਮਾਜ ਮੋਰਚਾ ਚ ਰਹਿ ਗਈ ਤੇ ਦੂਜੀ ਧਿਰ ਜਿਹੜੀ ਆ ਉਹ ਰਹਿ ਗਈ ਸੰਯੁਕਤ ਕਿਸਾਨ ਮੋਰਚੇ ਚ, ਜਿਹੜੇ ਕਿ ਨਾਨ ਪੋਲੀਟੀਕਲੀ ਚੱਲੇ ਆ, ਜਿਹੜੇ ਪੋਲੀਟੀਕਲੀ ਆਪਣੀ ਕਾਰਵਾਈ ਤੋਰ ਗਏ ਉਹ। ਤੇ ਇੱਕ ਧਿਰ ਵਿਚਾਲੇ ਵੀ ਆ ਜਿਹੜੀ ਮਤਲਬ ਕਿ ਨਾ ਉਧਰ ਰਹੀ ਨਾ ਉਧਰ ਰਹੀ, ਜਿਹੜੀ ਏਕਤਾ ਚਾਹੁੰਦੀ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਅਲੈਹਦਗੀ ਹੋ ਚੁੱਕੀ ਹੈ, ਨਾ ਪਤਾ ਨਹੀਂ ਮੀਡੀਆ ਆਪਣੇ ਕੋਲੋਂ ਵਰਤ ਰਿਹਾ ਹੈ ਜਾਂ ਰਾਜੇਵਾਲ ਹੋਰੀ ਆਪਣੇ ਕੋਲ ਵਰਤ ਰਹੇ, ਜਾਂ ਫਿਰ ਇਹਨਾਂ ਦਾ ਆਪਸ ਦੇ ਵਿੱਚ ਏਕਾ ਹੋ ਗਿਆ ਬਈ ਪਰਦੇ ਦੇ ਪਿੱਛੇ, ਕਿ ਜਿਵੇਂ ਇਲਾਕਿਆਂ ਦੇ ਵਿੱਚ ਵੰਡ ਹੋ ਜਾਂਦੀ ਹੈ ਕਿ ਤੁਸੀਂ ਹੁਣ ਉਧਰ ਧਰਨਾ ਲਾਇਓ, ਆਪਾਂ ਇੱਧਰ ਚਲਾਵਾਂਗੇ ਪਿੱਛੋਂ ਕੰਮ, ਸਤੰਬਰ ਅਕਤੂਬਰ ਚ ਆਪਾਂ ਇੱਧਰ ਚਲਾਵਾਂਗੇ। ਤਾਂ ਖੈਰ ਪਤਾ ਨਹੀਂ ਹੁਣ ਇਹ ਕੀ ਅੰਦਰ ਇਹਨਾਂ ਦੇ ਚੱਲਦਾ, ਪਰ ਮੇਰੇ ਖਿਆਲ ਦੇ ਨਾਲ ਤੇ ਟੋਟਲੀ ਉਹੀ ਹਾਲਤ ਆ ਜਿੱਦਾਂ ਪਹਿਲਾਂ ਸੀ, ਦਿੱਲੀ ਜਾਣ ਤੋਂ ਪਹਿਲਾਂ ਜਾਂ ਕਿਸਾਨੀ ਅੰਦੋਲਨ ਦੇ ਪਹਿਲਾਂ ਸੀਗੀ। ਤਾਂ ਇਹ ਆਪਸ ਦੇ ਵਿੱਚ ਇਸ ਵੇਲੇ ਖਖੜੀਆਂ ਕਰੇਲੀ ਨੇ ਤਕਰੀਬਨ। ਤਾਂ ਖੈਰ ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਜਿਹੜੀ ਐਲਾਨਬੰਦੀ ਹੋ ਰਹੀ ਆ, ਇਹਨੂੰ ਇੱਕ ਹੋਰ ਐਂਗਲ ਤੋਂ ਵੀ ਵੇਖਣ ਦੀ ਲੋੜ ਆ ਕਿ ਰਾਜੇਵਾਲ ਜੀ ਚਾਹਣਗੇ ਕਿ ਪਿਛਲੇ ਹਿਸਾਬ ਕਿਤੇ ਚੁਕਤਾ ਕਰ ਲਏ ਜਾਣ। ਪੰਜਾਬੀ ਕਹਿੰਦੇ ਨਾ ਕਿ ਭਾਜੀ ਚੜੀ ਮੋੜਦੇ ਨਹੀਂ, ਤੁਹਾਨੂੰ ਪਤਾ ਨਾ ਇਹਨਾਂ ਦੇ ਨਾਲ ਅਲਾਇੰਸ ਹੁੰਦਾ ਰਹਿ ਗਿਆ ਸੀਗਾ ਤੇ ਉਦੋਂ ਬਾਅਦ ਫੇਰ ਬੜੇ ਮਿਹਣੇ ਵੱਜੇ ਸੀਗੇ। ਮਿਹਣੇ ਬੰਦਾ ਦਿੰਦਾ ਹੀ ਹੈ ਨਾ। ਹੁਣ ਦੇਖਣਾ ਹੋਏਗਾ ਕਿ ਕੀ ਉਸ ਪਾਰਟੀ ਦੀ ਸਰਕਾਰ ਦੇ ਖਿਲਾਫ, ਜਿਸ ਪਾਰਟੀ ਦੇ ਨਾਲ
ਗੱਠਜੋੜ ਹੁੰਦਾ ਹੁੰਦਾ ਰਹਿ ਗਿਆ। ਲੱਡੂ ਮਤਲਬ ਕਿ ਬੁੱਲਾ ਨੂੰ ਲੱਗਦਾ ਲੱਗਦਾ ਪਿੱਛੇ ਆ ਗਿਆ। ਕੀ ਉਸ ਪਾਰਟੀ ਦੀ ਸਰਕਾਰ ਨੂੰ ਵਿਪਤਾ ਪਾਉਣ ਜਾ ਰਹੇ ਨੇ ਰਾਜੇਵਾਲ ਜੀ? ਕੋਈ ਵੱਡੀ ਲਾਮਬੰਦੀ ਕਰ ਸਕਣਗੇ? ਜਾਂ ਕਹਿ ਲਓ ਕਿ ਰਣਨੀਤਿਕ ਤੌਰ ਤੇ ਇਹ ਇੱਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲੇਗਾ ਕਿ ਇੱਥੇ ਪੰਜਾਬ ਦੇ ਵਿੱਚ ਇੱਕ ਸੰਯੁਕਤ ਸਮਾਜ ਮੋਰਚਾ ਆਪਣੇ ਪੱਧਰ ਤੇ ਉਹ ਲਾਮਬੰਦੀ ਕਰੇਗਾ ਪੰਜਾਬ ਸਰਕਾਰ ਦੇ ਖਿਲਾਫ, ਤੇ ਉੱਤੇ ਜਿਵੇਂ ਹੁਣ ਲਖੀਮਪੁਰੀ ਦੇ ਵਿੱਚ ਆ, ਕਿਉਂਕਿ 24 ਆ ਰਹੀ ਆ, ਇੱਕ ਦਬਾਅ ਦੀ ਖੇਡ ਜਿਹੜੀ ਹੈ ਸ਼ਾਇਦ ਉੱਥੇ ਵੀ ਖੇਡੀ ਜਾਏਗੀ ਕਿਸਾਨਾਂ ਵੱਲੋਂ ਕਿ ਆਪਣੀ ਹਿੰਡ ਜਾਂ ਕਹਿ ਲਓ ਕਿ ਜੋ ਉਹਨਾਂ ਦੀ ਮੰਗ ਹੈ ਕਿ ਅਸੀਂ ਵੀ ਪੁਗਾ ਕੇ ਛੱਡੀਏ। ਤਾਂ ਕੀ ਇਸ ਤਰ੍ਹਾਂ ਦਾ ਦੋ ਧੁਰੀ ਸਾਨੂੰ ਇੱਕ ਅੰਦੋਲਨ ਵੇਖਣ ਨੂੰ ਮਿਲੇਗਾ? ਲਾਮਬੰਦੀ ਕਿਸ ਤਰ੍ਹਾਂ ਦੀ ਹੁੰਦੀ, ਕਿਸ ਤਰ੍ਹਾਂ ਦੀ ਸਪੋਰਟ ਮਿਲਦੀ ਹੈ, ਨਿਗਾਹ ਰਹੇਗੀ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਪੰਚਾਇਤ ਮੰਤਰੀ ਧਾਲੀਵਾਲ ਹੁਣਾਂ ਵੱਲੋਂ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਸਰਪੰਚ ਦਾ ਸਨਮਾਨ। ਦੇਖੋ, ਪਿਛਲੇ ਦਿਨੀ ਵੀਡੀਓ ਖੂਬ ਵਾਇਰਲ ਹੋਈ ਸੀਗੀ, ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ, ਜਿਹਦੇ ਵਿੱਚ ਇੱਕ ਬੀਬੀ ਖੁਦ ਮਤਲਬ ਕਿ ਬੜੀ ਜਿੱਦਾਂ ਕਹਿ ਲਈਏ ਕਿ ਦੁਖੀ ਹੋਈ ਪਈ ਆ, ਬਹੁਤ ਦੁਖੀ ਹੋ ਕੇ ਬੋਲਦੀ ਪਈ ਆ, ਦਿਲ ਦੀਆਂ ਗਹਿਰਾਈਆਂ ਤੋਂ ਬੋਲਦੀ ਪਈ ਆ। ਫਿਰ ਕੁਛ ਜੇਵਰਾਤ, ਕੁਛ ਨਗਦੀ, ਕੁਛ ਹੋਰ ਚੀਜ਼ਾਂ ਜਿਹੜੀਆਂ ਉਹ ਦਿਖਾ ਰਹੀ ਆ ਕਿ ਆ ਅਸੀਂ ਉਹਨਾਂ ਘਰਾਂ ਚੋਂ ਫੜੀਆਂ ਨੇ ਜਿਹੜੇ ਘਰ ਇੱਥੇ ਨਸ਼ਾ ਵੇਚਦੇ ਆ ਤੇ ਜਿਨ੍ਹਾਂ ਨੂੰ ਅਸੀਂ ਬਹੁਤ ਵਾਰੀ ਰੋਕ ਚੁੱਕੇ ਆ। ਮਤਲਬ ਕਿ ਜਿੱਦਾਂ ਪਿੰਡਾਂ ਦੇ ਵਿੱਚ ਹੁੰਦਾ ਸਹਿਚਾਰ, ਉਹਨੂੰ ਵੀ ਇਸਤੇਮਾਲ ਕਰਕੇ ਵੇਖ ਲਿਆ, ਪਰ ਇਹ ਹੱਟ ਕੋਈ ਨਹੀਂ। ਤਾਂ ਖੈਰ ਉਸ ਤੋਂ ਬਾਅਦ ਉਹ ਵੀਡੀਓ ਬੜੀ ਵਾਇਰਲ ਹੋਈ, ਉਸ ਬੀਬੀ ਦੀ ਖੂਬ ਤਾਰੀਫ ਕੀਤੀ ਗਈ। ਤਾਂ ਅੱਜ ਜਿਹੜੇ ਪੰਚਾਇਤ ਮੰਤਰੀ ਹੈਗੇ ਨੇ ਮਿਸਟਰ ਕੁਲਦੀਪ ਸਿੰਘ ਜੀ ਧਾਲੀਵਾਲ, ਇਹ ਆਏ ਨੇ ਤੇ ਉਹਨਾਂ ਦਾ ਸਨਮਾਨ ਕੀਤਾ। ਵੈਸੇ ਕਮਾਲ ਦੀ ਗੱਲ ਹੈ ਕਿ ਉਹ ਕਾਂਗਰਸ ਪਾਰਟੀ ਤੋਂ, ਵੈਸੇ ਤੇ ਦੇਖੋਗੇ ਤਾਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਸਰਪੰਚ ਜਿਹੜੇ ਉਹ ਅਕਾਲੀਆਂ ਦੇ ਜਾਂ ਕਾਂਗਰਸੀਆਂ ਦੇ ਹੀ ਆ ਨਾ, ਹੁਣ ਇਹਨਾਂ ਦੇ ਬਣੂਗੇ ਅੱਗੇ ਤਾਂ ਜ਼ਿਆਦਾਤਰ ਸਰਪੰਚ ਕਾਂਗਰਸ ਪਾਰਟੀ ਦੇ, ਕਿਉਂਕਿ ਉਸ ਵੇਲੇ ਸਰਕਾਰ ਉਹਨਾਂ ਦੀ ਸੀ। ਤਾਂ ਇਹ ਇੱਕ ਅੱਛੀ ਮਿਸਾਲ ਹੈ ਆਮ ਆਦਮੀ ਪਾਰਟੀ ਦੇ ਇਸ ਵਜ਼ੀਰ ਵੱਲੋਂ ਜਾਂ ਕਹਿ ਲਓ ਸਰਕਾਰ ਵੱਲੋਂ ਕਿ ਪਾਰਟੀ ਪੱਧਰ ਤੋਂ ਉੱਠ ਕੇ ਇੱਕ ਬੀਬੀ ਦਾ ਹੌਸਲਾ ਵਧਾਇਆ ਗਿਆ। ਨਹੀਂ ਤਾਂ ਬੀਬੀਆਂ ਨੂੰ ਜਿਹੜੇ ਮਤਲਬ ਕਿ ਸਰਪੰਚੀ ਦੇ ਚੋਣਾਂ ਹੁੰਦੇ ਆ ਜਾਂ ਚੋਣ ਹੁੰਦੀ ਆ, ਉਹਦੇ ਚ ਉਮੀਦਵਾਰ ਜਿੱਤ ਜਾਂਦੇ, ਉਹਨਾਂ ਨੂੰ ਇੱਕ ਰਬੜ ਦੀ ਮੋਹਰ ਬਣਾ ਕੇ ਘਰ ਚ ਰੱਖ ਦਿੱਤਾ ਜਾਂਦਾ ਕਿ ਤੂੰ ਤੇ ਬਸ ਚਾਹ ਦਾ ਪਤੀਲਾ ਚਾੜੀ ਰੱਖ, ਬੰਦਿਆਂ ਨੂੰ ਚਾਹ ਪਿਆਈ ਚੱਲ, ਬਾਕੀ ਬੰਦਿਆਂ ਵਾਲੇ ਕੰਮ ਬੰਦਾ ਹੀ ਨਿਬੇੜ ਦੂ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਬੀਬੀ ਨੇ ਮਿੱਥ ਤੋੜੀ ਹੈ ਕਿ ਔਰਤ ਚੁੱਲ੍ਹਾ ਚੌਂਕਾ ਹੀ ਸੰਭਾਲ ਸਕਦੀ ਆ, ਪਿੰਡ ਨਹੀਂ ਸੰਭਾਲ ਸਕਦੀ। ਸੋ ਇਸ ਕਰਕੇ ਇਹ ਬੜੀ ਵਧੀਆ ਪਿਰਤ ਹੈ ਮੇਰੇ ਖਿਆਲ ਦੇ ਨਾਲ। ਇੱਕ ਤਾਂ ਉਹ ਮਿੱਥ ਤੋੜੀ ਗਈ ਇਸ ਮਸਲੇ ਤੇ, ਔਰ ਦੂਜੀ ਗੱਲ ਆ ਕਿ ਇਹਨਾਂ ਨੇ ਇਸ ਗੱਲ ਦਾ ਇਸਤਕਬਾਲ ਕੀਤਾ। ਮਤਲਬ ਇਹਨੇ ਇੱਕ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਜੋ ਉਹਨਾਂ ਨੇ ਆਵਾਜ਼ ਚੁੱਕੀ ਉਹਦਾ ਸਵਾਗਤ ਕੀਤਾ। ਵਧੀਆ ਗੱਲ ਹੈ ਮੇਰੇ ਖਿਆਲ ਦੇ ਨਾਲ, ਇਹੋ ਜਿਹੀ ਰਾਜਨੀਤੀ ਹੋਣੀ ਚਾਹੀਦੀ ਹੈ। ਤੇ ਰਾਜਨੀਤੀ ਵੀ ਜਿਹੜੀ ਹੈ ਉਹ ਇਸ ਤਰ੍ਹਾਂ ਚੱਲਣੀ ਚਾਹੀਦੀ ਹੈ ਕਿ ਠੀਕ ਹੈ, ਵਿਰੋਧਤਾ ਆਪਣੀ ਜਗ੍ਹਾ ਤੇ ਆ, ਉਹ اخلاقی ਤੌਰ ਤੇ ਸਿਧਾਂਤਕ ਤੌਰ ਤੇ ਰਹਿਣੀ ਚਾਹੀਦੀ ਆ, ਪਰ ਜਦੋਂ ਵੀ ਕੋਈ ਅੱਛਾ ਕੰਮ ਕਰਦਾ ਹੈ ਉਹਨੂੰ ਸਪੋਰਟ ਦੇਣੀ ਚਾਹੀਦੀ ਹੈ। ਜੀ ਬਿਲਕੁਲ ਜੀ, ਉਸ ਦੀ ਹੌਸਲਾ ਅਫਜ਼ਾਈ ਹੋਵੇ ਤਾਂ ਬਾਕੀਆਂ ਨੂੰ ਵੀ ਜਿਹੜਾ ਹੌਸਲਾ ਮਿਲਦਾ ਵੀ ਅਸੀਂ ਇਹ ਸਾਰਾ ਕੁਝ ਪੋਜ਼ਿਟਿਵ ਕੁਛ ਕਰ ਸਕਦੇ ਹਾਂ। ਅਗਲੀ ਮਿੰਟੂ ਜੀ ਗੱਲ ਕਰੀਏ, ਵਿਜੀਲੈਂਸ ਵੱਲੋਂ ਆਰਟੀਆਈ ਦਫ਼ਤਰ ਵਿੱਚ ਵਾਹਨਾਂ ਦੇ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼। ਕੋਈ ਐਸੀ ਜਗ੍ਹਾ ਬਚੀ ਹੋਈ ਹੈ ਜਿੱਥੇ ਘੁਟਾਲੇ ਨਾ ਹੋਏ ਹੋਣ? ਤਾਂ ਦੇਖੋ, ਧਰਮਰਾਜ ਨਹੀਂ ਇਹਨਾਂ ਦੇ ਢਿੱਕੇ ਚੜਦਾ, ਨਹੀਂ ਤਾਂ ਇਹ ਉਹਦੇ ਨਾਲ ਵੀ ਕਰਦੇ ਨੇ ਘੁਟਾਲਾ, ਉਧਰ ਵੀ ਕਰਦੇ ਨੇ। ਕੋਈ ਵੀ ਜਗ੍ਹਾ ਨਹੀਂ ਹੈਗੀ, ਕੋਈ ਵੀ ਜਗ੍ਹਾ ਨਹੀਂ ਹੈਗੀ, ਮਾਫ ਕਰਨਾ। ਇੱਥੇ ਤੇ ਤੁਹਾਨੂੰ ਪਤਾ ਨਾ ਕਿ ਇੱਕ ਵਾਰੀ ਆਪਾਂ ਖਬਰ ਕੀਤੀ ਸੀਗੀ ਕਿ ਮੋਰਚਰੀ ਚੋਂ ਲਾਸ਼ ਕੱਢਣ ਦਾ, ਮੋਰਚਰੀ ਚੋਂ ਲਾਸ਼ ਕੱਢਣ ਦਾ ਮੁੱਲ ਮੰਗ ਲਿਆ ਗਿਆ ਸੀਗਾ 50 ਰੁਪਏ ਦੇ। ਤਾਂ ਜਿੱਥੇ ਮੁਰਦਿਆਂ ਨੂੰ ਖਾਣ ਲੱਗ ਪਵੇ ਸਾਡੇ ਹੀ ਸਮਾਜ ਦਾ ਹਿੱਸਾ, ਤਾਂ ਉੱਥੇ ਕੀ ਬਚੇਗਾ? ਉੱਥੇ ਕੀ ਬਚੇਗਾ? ਜਦੋਂ ਮੁਰਦਾਰ ਖਾਣਾ ਸਟਾਰਟ ਕਰ ਦਿੰਦਾ ਇਨਸਾਨ, ਤਾਂ ਉਹ ਅੰਤ ਹੈ, ਉਹ ਅੰਤ ਹੈ। ਸੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਦੇਖੀਏ, ਚਲੋ ਫੜੋ ਫੜਾਈ ਤੇ ਸਰਕਾਰ ਕਰਦੀ ਪਈ ਹੈ। ਅੱਜ ਆਮ ਆਦਮੀ ਪਾਰਟੀ ਦੇ ਪ੍ਰਸ਼ੰਸਕਾਂ ਨੂੰ ਖੁਸ਼ ਹੋ ਜਾਣਾ ਚਾਹੀਦਾ ਕਿ ਅਸੀਂ ਕਈ ਮੌਕਿਆਂ ਤੇ ਕਹਿ ਦਿੱਤਾ ਕਿ ਚੰਗਾ ਕਰਦੇ ਪਏ, ਅਦਰਵਾਈਜ਼ ਉਹ ਥੋੜੇ ਨਾਰਾਜ਼ ਹੀ ਰਹਿੰਦੇ ਨੇ ਸਾਡੇ ਨਾਲ, ਮੇਰੇ ਨਾਲ ਤੇ ਖਾਸ ਤੌਰ ਤੇ। ਖੈਰ ਗੱਲ ਇਹ ਆ ਕਿ ਇਹ ਚੰਗਾ ਹੈ, ਫੜੋ ਫੜਾਈ ਵਾਲਾ ਕੰਮ ਚੱਲਣਾ ਚਾਹੀਦਾ। ਦਰਅਸਲ ਕੀ ਹੈ ਕਿ ਤੁਹਾਨੂੰ ਪਤਾ ਇੱਥੇ ਸਾਡੇ ਪ੍ਰਦੂਸ਼ਣ ਸਰਟੀਫਿਕੇਟ ਲੈਣਾ ਹੋਵੇ, ਕਾਹਦਾ ਪ੍ਰਦੂਸ਼ਣ ਸਰਟੀਫਿਕੇਟ? ਮੈਂ ਕਹਿੰਦਾ ਨਾ, ਇਹ ਤੇ ਸਭ ਤੋਂ ਵੱਡਾ ਪ੍ਰਦੂਸ਼ਣ ਹੈ ਸਰਟੀਫਿਕੇਟ ਬਣਾਉਣ ਵਾਲਾ। ਉਹ ਸੜਕਾਂ ਤੇ ਬੈਠੇ ਹੁੰਦੇ ਆ,
ਲਿਆਓ ਵੀ ਕਿਹੜਾ ਨੰਬਰ ਹੈ ਤੁਹਾਡਾ, ਚਲੋ ਜੀ ਪ੍ਰਦੂਸ਼ਣ ਫ੍ਰੀ ਹੋ ਗਈ ਗੱਡੀ। ਗੱਡੀ ਭਾਵੇਂ ਐ ਇੱਟਾਂ ਦੇ ਭੱਠਿਆਂ ਕੋਲ ਲਾਟ ਪਈ ਕੱਢਦੀ ਹੋਵੇ, ਧੂਏ ਦੀ ਲੰਬ ਪਈ ਛੱਡਦੀ ਹੋਵੇ, ਪ੍ਰਦੂਸ਼ਣ ਫ੍ਰੀ ਜਾ ਰਹੀ ਹੈ ਗੱਡੀ, ਚੱਕੀ ਚਲੋ ਚੌਂਠੇ। ਤਾਂ ਇਦਾਂ ਹੀ ਮਤਲਬ ਕਿ ਆ ਹਿਸਾਬ ਕਿਤਾਬ ਆ ਕਿ ਇੱਥੇ ਜੋ ਗੱਡੀਆਂ ਦੇ ਹੁੰਦੇ ਆ ਕਿ ਫਿਟਨੈਸ ਦੇ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਗੱਡੀ ਫਿੱਟ ਹੈ ਰੋਡ ਵਾਸਤੇ ਕਿ ਨਹੀਂ। ਤੁਹਾਡੇ ਵੀ ਸ਼ਾਇਦ ਇੱਧਰ ਹੁੰਦੇ ਹੋਣੇ ਟੈਸਟ ਵਗੈਰਾ, ਜੋ ਸਰਟੀਫਿਕੇਟ ਹੁੰਦਾ ਹੋਵੇਗਾ ਗੱਡੀ ਦਾ ਕਿ ਕਿਸੇ ਤੈਅ ਸਮੇਂ ਤੋਂ ਬਾਅਦ ਜੇ ਗੱਡੀ ਚੱਲਦੀ ਹੈ ਤਾਂ ਫਿਟਨੈਸ ਟੈਸਟ ਉਹਦਾ ਜ਼ਰੂਰੀ ਹੁੰਦਾ ਕਿ ਕੀ ਫਿੱਟ ਹੈ ਗੱਡੀ ਰੋਡ ਦੇ ਜਾਂ ਨਹੀਂ। ਮੈਨੂੰ ਤੁਹਾਡਾ ਨਹੀਂ ਪਤਾ ਹੁੰਦਾ ਕਿ ਨਹੀਂ, ਪਰ ਇੱਥੇ ਇੱਕ ਨਿਯਮ ਹੈ ਕਿ ਜਦੋਂ 5 ਸਾਲ ਜਾਂ 7 ਸਾਲ ਜਿੰਨਾ ਵੀ ਵਕਫਾ ਹੈ ਉਹ ਗੱਡੀ ਕੱਢ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਉਹਦਾ ਇੱਕ ਫਿਟਨੈਸ ਟੈਸਟ ਜਿਹੜਾ ਉਹ ਕੀਤਾ ਜਾਂਦਾ, ਤਾਂ ਉਹ ਸਰਟੀਫਿਕੇਟ ਕਹਿੰਦੇ ਹੁੰਦੇ ਉਹਨੂੰ, ਫਿਟਨੈਸ ਸਰਟੀਫਿਕੇਟ। ਜੀ ਜੀ ਸੋ ਇਧਰਲੇ ਪਾਸੇ ਸਮੌਗ ਟੈਸਟ ਉਸ ਨੂੰ ਆਖ ਦਿੱਤਾ ਜਾਂਦਾ ਹੈ ਜੀ। ਹਾਂਜੀ ਹਾਂ, ਇਹ ਇੱਧਰ ਇੱਕ ਮਤਲਬ ਵੱਖਰੀ ਕਿਸਮ ਦਾ ਹੋਏਗਾ। ਤਾਂ ਗੱਡੀ ਵੀ ਚੱਲਣ ਦੇ ਕਾਬਿਲ ਹੈ ਕਿ ਨਹੀਂ, ਕੁੱਲ ਮਿਲਾ ਕੇ ਜੇ ਆਪਾਂ ਏਦਾਂ ਕਹਿ ਲਈਏ ਤਾਂ ਹੋਇਆ ਕੀ ਆ ਕਿ ਇਹ ਘਪਲਾ ਜਿਹੜਾ ਚੱਲ ਰਿਹਾ ਸੀ ਇਸ ਤਰ੍ਹਾਂ ਕਿ ਮਤਲਬ ਕਿ ਫਿਜ਼ੀਕਲ ਕੋਈ ਵੈਰੀਫਿਕੇਸ਼ਨ ਹੈ ਹੀ ਨਹੀਂ ਸੀ। ਗੱਡੀ ਦਾ ਮਾਡਲ ਦੇਖਣਾ, ਨੰਬਰ ਦੇਖਣਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਚੱਕ ਬਈ ਮਿੱਤਰਾ। ਤਾਂ ਇਹਦੀ ਇੱਕ ਫੀਸ ਰੱਖੀ ਹੋਈ ਸੀ ਇੱਥੇ ਇਹਨਾਂ ਨੇ, ਕੁਛ ਦਲਾਲ, ਮਤਲਬ ਪੂਰਾ ਨੈਕਸਸ ਸੀਗਾ। ਤਾਂ ਇਹ ਦੱਸਦੇ ਆ ਕਿ ਇੱਕ ਫੀਸ ਰੱਖੀ ਸੀ ਇਹਨਾਂ ਨੇ 1000 ਰੁਪਏ ਤੋਂ ਲੈ ਕੇ 3000 ਰੁਪਏ ਤੱਕ, ਗੱਡੀ ਦੇ ਹਿਸਾਬ ਨਾਲ ਹੁੰਦਾ ਹੋਏਗਾ ਨਾ ਜਾਂ ਮਾਡਲ ਦੇ ਹਿਸਾਬ ਨਾਲ। ਤਾਂ ਏਦਾਂ ਕਹਿੰਦੇ ਕਿ ਕਈ ਸਾਲਾਂ ਤੋਂ ਹੀ ਚੱਲ ਰਿਹਾ ਸੀ ਤੇ ਹਰ ਮਹੀਨੇ ਤਕਰੀਬਨ ਇਹ 40 ਲੱਖ ਦਾ ਕਾਰੋਬਾਰ ਸੀ, ਕਰਪਸ਼ਨ ਦਾ ਕਾਰੋਬਾਰ। 35 ਪਰ ਮੰਥ ਦਾ ਲਾ ਲਓ, ਤੇ ਜੇ ਲਾ ਲਓ ਕਿ 10 ਸਾਲ ਵੀ ਚੱਲ ਗਿਆ, 10 ਸਾਲ ਵੀ ਚੱਲ ਗਿਆ ਤੇ 12 ਮਹੀਨੇ 12 30 36 ਇਹ ਲਾ ਲਓ ਤੇ ਬਾਕੀ ਹਿਸਾਬ ਲਾ ਲਓ 10 ਨਾਲ ਗੁਣਾ ਉਹ ਕਰ ਲਓ, ਕਿੱਥੇ ਕਹਾਣੀ ਚਲੇ ਜਾਂਦੀ ਹੈ। ਕਿੰਨਾ ਪੈਸਾ ਕਮਾ ਲਿਆ। ਕੀ ਉਹ ਪੈਸਾ ਛੋਟੇ ਕਰਮਚਾਰੀ ਜਾਂ ਦਲਾਲ ਹੀ ਖਾ ਰਹੇ ਸਨ? ਉੱਤੇ ਜਾਂਦਾ ਹੋਏਗਾ, ਪੱਕਾ ਉੱਤੇ ਜਾਂਦਾ ਹੋਏਗਾ। ਮੰਨਣ ਚ ਹੀ ਨਹੀਂ ਆਉਂਦੀ ਕਿ ਇਹ ਹੇਠਲੇ ਪੂੰਗ ਸ਼ਕਾ ਸ਼ਕਾਈ ਕਰਦੇ ਹੋਣ, ਮਗਰ ਮੱਛਾ ਤੱਕ ਵੀ ਜਾਂਦਾ ਹੋਏਗਾ ਹਿੱਸਾ ਪਤੀ। ਇਹ ਓਟਸ ਦਾ ਦਲੀਆ ਹੈ ਨਾ ਜਿਹੜਾ, ਕੋਈ ਇੱਕ ਨਹੀਂ ਖਾਂਦਾ ਹੋਏਗਾ, ਸਾਰੇ ਬਣਾ ਕੇ ਇਹਨੂੰ ਮੂੰਹ ਮਾਰਦੇ ਹੋਣੇ ਆ। ਸੋ ਇਹਨਾਂ ਨੇ ਫੜਿਆ, ਵਧੀਆ ਗੱਲ ਆ। ਕੁਝ ਗ੍ਰਿਫਤਾਰੀਆਂ ਵੀ ਹੋ ਗਈਆਂ ਨੇ, ਕੁਝ ਰਿਸ਼ਵਤ ਦੀ ਜਿਹੜੀ ਰਾਸ਼ੀ ਵੀ ਬਰਾਮਦ ਹੋਈ ਆ। ਪਰ ਹੈਰਾਨਗੀ ਵਾਲੀ ਗੱਲ ਹੈ, ਮਾਮਲਾ ਕਰੋੜਾਂ ਦਾ ਹੈ। ਤੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਾਨੀ ਖਸਤਾ ਹਾਲ ਗੱਡੀਆਂ ਨੂੰ ਵੀ ਫਿੱਟ ਕਰਾਰ ਦੇ ਕੇ ਤੇ ਸੜਕਾਂ ਤੇ ਉਤਾਰ ਦਿੱਤਾ ਹੋਏਗਾ। ਇਹ ਸੜਕਾਂ ਤੇ ਮਰਨ ਵਾਲੇ ਕਿਹੜਾ ਬੰਦੇ ਨੇ? ਜੀ 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 ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ ਤੇ ਸਰੋਤਿਓ ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣੀਆਂ। ਤੁਸੀਂ ਵੀ ਜੇ ਕਾਲ ਕਰਕੇ ਸਵਾਲ ਪੁੱਛਣੇ ਚਾਹੁੰਦੇ ਹੋ ਤਾਂ ਤੁਸੀਂ ਸਵਾਲ ਪੁੱਛ ਸਕਦੇ ਹੋ। ਨੰਬਰ ਸਟੂਡੀਓ ਦਾ ਹੈ ਕਾਲ ਕਰਨ ਲਈ 408 272 5200 4082725200। ਇੱਧਰ ਕਹਿੰਦੇ ਗੁਆਂਢੀ ਜ਼ਿਲ੍ਹੇ ਦੇ ਵਿੱਚ ਕਬਾੜੀਏ ਨੇ ਹੀ ਖੇਲਾ ਕਰਤਾ ਜੀ। ਹਾਂਜੀ, ਆ ਸੰਗਰੂਰ ਤੋਂ ਤੁਸੀਂ ਪਟਿਆਲੇ ਪਹੁੰਚ ਜਾਓ, ਫਰਕ ਸਿਰਫ 65 ਕਿਲੋਮੀਟਰ ਦਾ ਹੋਣਾ, 60-65 ਕਿਲੋਮੀਟਰ ਦਾ, ਮੇਰੇ ਖਿਆਲ ਨਾਲ ਜ਼ਿਆਦਾ ਨਹੀਂ ਹੈ ਬਈ। ਹੁਣ ਬਸ ਆਪਾਂ ਤਾਂ ਪਹੁੰਚ ਗਏ ਸਮਝ ਲਓ ਪਟਿਆਲੇ ਦੇ ਵਿੱਚ। ਇੱਥੇ ਖੇਲ ਉਹੀ ਗੱਲ ਮੈਂ ਜਿਹੜੀ ਕਹਿ ਕੇ ਹਟਿਆ ਜੀ, ਇੱਥੇ ਕੋਈ ਹੈ ਹੀ ਨਹੀਂ ਹੈ ਜਿਹੜਾ ਦਾ ਨਾ ਲਾਉਣ ਨੂੰ ਫਿਰਦਾ ਹੋਵੇ। ਸ਼ਰੀਫ ਉਹੀ ਹੈ ਜਿਹਦਾ ਦਾ ਲੱਗਦਾ ਨਹੀਂ। ਤਾਂ ਇੱਥੇ ਵੀ ਇੱਕ ਬੜੀ ਘੈਂਟ ਸਟੋਰੀ ਹੈ, ਜੇ ਤੁਸੀਂ ਦੇਖੋਗੇ ਤੇ ਬੱਲੇ ਬੱਲੇ ਹੋਈ ਪਈ ਆ, ਕਹਿਣ ਗੱਲ ਟਿਕਾਣੇ ਲੱਗੀ ਪਈ ਆ। ਅੱਛਾ, ਇਹਦੇ ਚ ਕੀ ਹੋਇਆ ਵਾ ਕਿ ਪਟਿਆਲੇ ਦੇ ਵਿੱਚ ਨਾ ਜਦੋਂ ਪਾਣੀ ਆਇਆ ਸ਼ਾਇਦ 19 ਚ, ਤੇ ਕੋਈ ਏਜੰਸੀ ਸੀਗੀ, ਜਿੱਦਾਂ ਗੱਡੀਆਂ ਖੜੀਆਂ ਹੁੰਦੀਆਂ ਨੇ ਮਤਲਬ ਕਿ ਸ਼ੋਰੂਮਾਂ ਦੇ ਵਿੱਚ, ਸ਼ੋਰੂਮ ਚ ਵੜ ਗਿਆ ਪਾਣੀ। ਸ਼ੋਰੂਮ ਚ ਵੜ ਗਿਆ ਪਾਣੀ ਤੇ ਉੱਥੇ ਜਿਹੜੀਆਂ ਖੜੀਆਂ ਕਾਰਾਂ ਸੀਗੀਆਂ ਉਹਨਾਂ ਨੂੰ ਕੰਡਮ ਕਰਾਰ ਦੇ ਦਿੱਤਾ ਗਿਆ ਕਿ ਬਈ ਇਹ ਹੁਣ ਕੰਡਮ ਹੋ ਚੁੱਕੀਆਂ ਨੇ। ਕਮਾਲ ਦੀ ਗੱਲ ਆ ਕਿ ਇੱਕ ਬੰਦੇ ਦੀ ਲੱਗ ਗਈ ਲਾਟਰੀ, ਉਹਨੇ 85 ਲੱਖ ਰੁਪਈਆ ਦੇ ਕੇ ਤੇ ਇਹ ਕਾਰਾਂ ਚੁੱਕ ਲਈਆਂ, ਜਿਹਦੇ ਚ ਸਿਆਜ ਵੀ, ਜਿਹਦੇ ਚ ਨੈਕਸਾ ਦੀ ਉਹ ਬਲੈਨੋ, ਬੜੀਆਂ ਵਧੀਆ ਗੱਡੀਆਂ ਜਿਹੜੀਆਂ ਮਰੂਤੀ ਸੁਜ਼ੂਕੀ ਵਾਲੀਆਂ, ਡਿਜ਼ਾਇਰ, ਸਵਿਫਟ, ਪਤਾ ਨਹੀਂ ਕਿਹੜੀਆਂ ਕਿਹੜੀਆਂ। 85 ਲੱਖ ਚ 87 ਤੇ ਗਾਂ ਫਿਰ ਉਹਨੇ ਪੱਟੂ ਨੇ ਕੀ ਕੀਤਾ ਕਿ ਚੈਸੀਆਂ ਦੇ ਮਟਾ ਦਿੱਤੇ ਨੰਬਰ ਤੇ ਫਿਰ ਦੇ ਦਨਾਦਨ ਚੜਾਤੀਆਂ ਰੋਡ ਤੇ ਉਹਨੇ ਵੀ ਐ ਲਿਸ਼ਕਾ ਕੇ ਪੁਸ਼ਕਾ ਕੇ। ਤਾਂ ਹੁਣ ਜਾ ਕੇ ਖੇਡ ਜਿਹੜੀ ਹੈ ਉਹ ਖੁੱਲੀ ਹੈ ਕਿ ਬਈ ਇਹ ਤੇ ਕਹਾਣੀ ਬਹੁਤ ਜ਼ਬਰਦਸਤ ਹੈ। ਹੁਣ ਪਤਾ ਨਹੀਂ ਕਿਹਨੂੰ ਕਿਹਨੂੰ ਉਹਨੇ ਵੇਚੀਆਂ, ਕਿਹਦੇ ਕੋਲ ਚਲੀਆਂ ਗਈਆਂ। ਤਾਂ ਇਹ ਕਹਾਣੀ ਚੱਲਦੀ ਪਈ ਇਸ ਟਾਈਮ। ਵੈਸੇ ਕਮਾਲ ਦੀ ਗੱਲ ਹੈ, ਇੱਥੇ ਇੱਕ ਚੋਰ ਵੀ ਫੜਿਆ ਗਿਆ ਸਾਡੇ ਇੱਥੇ ਬਠਿੰਡੇ, ਤੇ ਉਹ ਪਤਾ ਨਹੀਂ ਕਿੰਨੀਆਂ ਕੋ ਐਕਟਿਵਾ ਚੁੱਕੀ ਫਿਰਦਾ ਸੀਗਾ, ਕਿੰਨੇ ਕੋ ਮੋਟਰਸਾਈਕਲ। ਖੈਰ
ਬੜੀ ਇਹ ਕਹਿ ਲਓ ਕਿ ਅਜੀਬੋ-ਗਰੀਬ ਜੀ ਕਹਾਣੀ ਹੈ ਕਿ ਸ਼ੋਰੂਮ ਦੇ ਵਿੱਚੋਂ ਕੰਡਮ ਹੋਈਆਂ ਗੱਡੀਆਂ ਜਿਹੜੀਆਂ ਉਹ ਇਸ ਤਰ੍ਹਾਂ ਵੇਚ ਦਿੱਤੀਆਂ ਜਾਂਦੀਆਂ ਕਿ ਜਿਹਦਾ ਆਸਾਨੀ ਨਾਲ ਇਸਤੇਮਾਲ ਹੋ ਸਕਦਾ ਹੈ। ਹੁਣ ਕੌਣ ਲੈ ਗਿਆ ਹੋਏਗਾ, ਕੌਣ ਨਹੀਂ ਲੈ ਗਿਆ ਹੋਏਗਾ। ਜ਼ਾਲੀ ਕਾਗਜ਼ਾਤ ਤਾਂ ਤੁਹਾਨੂੰ ਪਤਾ ਹੀ ਹੈ ਬਣ ਜਾਂਦੇ ਆ, ਉਹਦੀ ਗੱਲ ਕਰਕੇ ਹਟੇ ਆ। ਸੋ ਇੱਥੇ ਵੀ ਖੇਲਾ ਜ਼ਬਰਦਸਤ ਹੋ ਗਿਆ, ਸੰਗਰੂਰ ਤੇ ਪਟਿਆਲਾ। ਹੁਣ ਕੋਈ ਹੋਰ ਜ਼ਿਲ੍ਹਾ ਰਹਿ ਗਿਆ ਤੇ ਦੱਸ ਦਿਓ। ਜੀ ਜੀ। ਅਗਲੀ ਗੱਲ ਕਰਦੇ ਜਾਈਏ, ਬਜ਼ੁਰਗ ਗੁਰਸਿੱਖ ਦੀ ਪੱਗ ਲਾ ਕੇ ਕੁੱਟਮਾਰ ਕਰਨ ਵਾਲੇ ਆਪ ਆਗੂ ਦੇ ਉੱਤੇ ਕੇਸ। ਤੇ ਦੇਖੋ ਇਹ ਜਿਹੜੇ ਆਪ ਆਗੂ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਕਰਨ ਵਾਲੇ ਆ, ਉਹਨਾਂ ਨੂੰ ਤਾਂ ਥੋੜਾ ਜਿਹਾ ਨਾ ਆਪਣੇ ਅੰਦਰ ਝਾਕਣਾ ਚਾਹੀਦਾ, ਕਿਉਂਕਿ ਉਹ ਵੀ ਬਜ਼ੁਰਗ ਨੇ। 65 ਸਾਲ ਦਾ ਵਿਅਕਤੀ, ਉਹਨੂੰ ਬਜ਼ੁਰਗ ਨਹੀਂ ਕਹਾਂਗੇ ਤੇ ਉਹਨੂੰ ਕੀ ਕਵਾਂ। ਪਰ ਜਿਹੜੀ ਇਹ ਹੋਸ਼ਿਆਰ ਕਤੇ ਦੇ ਨਾਲ ਕੁਝ ਹੋਰ ਵੀ ਕਹਿ ਦਿਆਂਗੇ, ਇਹਦੇ ਨਾਲ ਤੇ ਫਿਰ ਕੁਝ ਹੋਰ ਵੀ ਕਹਾਂਗੇ ਨਾ। ਮਸਲਾ ਪਾਇਲ ਦੇ ਨਜ਼ਦੀਕ ਇੱਕ ਸਕੂਲ ਦਾ ਹੈ ਜੀ, ਜਿਹਦੇ ਵਿੱਚ ਹੋਇਆ ਕਿ ਮਤਲਬ ਕਿ ਕੋਈ ਸਾਬਕਾ ਡਾਇਰੈਕਟਰ ਸੀਗਾ ਉਸ ਸਕੂਲ ਦਾ, ਜਿਵੇਂ ਕਮੇਟੀਆਂ ਹੁੰਦੀਆਂ, ਤੇ ਉਸ ਸਕੂਲ ਦੇ ਵਿੱਚ ਆਇਆ ਸੀਗਾ ਤੇ ਸੀਸੀਟੀਵੀ ਦੇ ਵਿੱਚ ਉਸੇ ਤਰ੍ਹਾਂ ਹੀ ਉਹ ਜਿਹੜੀ ਘਟਨਾ ਕੈਦ ਆ ਕਿ ਕਿਸ ਤਰੀਕੇ ਦੇ ਨਾਲ ਉੱਠ ਕੇ ਪਹਿਲਾਂ ਚਪੇੜ ਮਾਰਦਾ ਉਸ ਬਜ਼ੁਰਗ ਸਿੱਖਿਆ ਸ਼ਾਸਤਰੀ ਦੇ, ਫਿਰ ਉਹਨੂੰ ਮਤਲਬ ਕਿ ਕੇਸਾਂ ਤੋਂ ਫੜ ਕੇ ਥੱਲੇ ਘੜੀਸ ਕੇ ਸੁੱਟ ਲੈਂਦਾ ਤੇ ਫਿਰ ਸੁਣ ਮੁੱਕੀ। ਤੇ ਉਧਰ 2-4 ਬੰਦੇ ਜਿਹੜੇ ਕੋਈ ਲਾਗੀ ਖਲੋਤੇ ਸਨ, ਉਹਨਾਂ ਨੇ ਲੈ ਦੇ ਕੇ ਤੇ ਮਸਾ ਛਡਾਇਆ। ਅੱਛਾ, ਜਿਹੜਾ ਬੰਦਾ ਕੁੱਟਿਆ ਗਿਆ ਉਹਦੀ 72 ਸਾਲ ਉਮਰ ਹੈ ਤੇ ਨਾਲੇ ਉਹ ਕਿੰਨਾ ਪੜ੍ਹਿਆ ਲਿਖਿਆ ਹੋਵੇਗਾ। ਇਹ ਤੇ ਬਾਬਾ ਮੈਨੂੰ ਲੱਗਦਾ ਕਿ ਹਿਸਾਬ ਕਿਤਾਬ ਦਾ ਹੀ ਰਿਹਾ ਹੋਵੇਗਾ, ਜਿਸ ਤਰੀਕੇ ਨਾਲ ਇਹਨੇ ਹਰਕਤ ਕੀਤੀ ਆ। ਤੇ ਦੂਜੇ ਪਾਸੇ ਹੁਣ ਇਹ ਸਫਾਈ ਦੇ ਵਿੱਚ ਕਹਿ ਰਿਹਾ, ਹਾਲਾਂਕਿ ਪਹਿਲਾਂ ਪੁਲਿਸ ਨੇ ਦੋਹਾਂ ਧਿਰਾਂ ਨੂੰ ਬੁਲਾਇਆ, ਪੁੱਛਿਆ ਗਿੱਛਿਆ, ਉਸ ਤੋਂ ਬਾਅਦ ਫਿਰ ਜਦੋਂ ਸੀਸੀਟੀਵੀ ਫੁਟੇਜ ਵੇਖੀ, ਉਦੋਂ ਬਾਅਦ ਆਮ ਆਦਮੀ ਪਾਰਟੀ ਦੇ ਇਸ ਬਜ਼ੁਰਗ ਆਗੂ ਅਵਤਾਰ ਸਿੰਘ ਤੇ ਮਾਮਲਾ ਦਰਜ ਕਰ ਲਿਆ ਗਿਆ। ਇਹ ਬੜੀ ਸ਼ਰਮਨਾਕ ਗੱਲ ਹੈ ਕਿ ਇੱਕ ਬਜ਼ੁਰਗ ਨਾ ਸਿਰਫ ਦੂਜੇ ਗੁਰਸਿੱਖ ਕੇਸਾਂ ਦੀ ਬੇਅਦਬੀ ਕਰ ਰਿਹਾ, ਤੇ ਉਹ ਤੋਂ ਬੜੀ ਬੇਸ਼ਰਮੀ ਨਾਲ ਕਹਿੰਦਾ ਹੈ ਕਿ ਦੇਖੋ ਜੀ ਇਹ ਮੈਨੂੰ ਗਲਤ ਬੋਲਿਆ ਸੀ। ਜੇ ਗਲਤ ਬੋਲਿਆ ਤੇ ਇਹਦਾ ਮਤਲਬ ਕਿ ਤੂੰ ਕਾਰਾਂ ਦੀ ਜਾਂ ਕੇਸਾਂ ਦੀ ਬੇਅਦਬੀ ਕਰੇਗਾ, ਤੇਰੇ ਖੁਦ ਤੇ ਸਿਰ ਤੇ ਦਸਤਾਰ ਆ। ਇਹ ਨਾ ਕੁਝ ਬੰਦੇ ਇੱਥੇ ਮਾਫ ਕਰਨਾ, ਉਹ ਮੈਨੂੰ ਇਉਂ ਲੱਗਦਾ ਕਿ ਧਰਮ ਦੇ ਭੇਖੀ ਜ਼ਰੂਰ ਆ, ਧਰਮ ਦੀ ਉਹਨਾਂ ਨੂੰ ਸਮਝ ਕੁਛ ਨਹੀਂ ਆਈ। ਇੱਕ ਹੋਰ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਆਗੂ ਨੇ ਕੀ ਕਰਤੂਤ ਕੀਤੀ ਸੀ ਮਲੂਕਾ ਪਿੰਡ ਚ, ਤੁਹਾਨੂੰ ਯਾਦ ਹੋਣਾ। ਤੀਆਂ ਦੇ ਤਿਉਹਾਰ ਤੇ ਉਹਨੇ ਲੰਗਰ ਹੀ 3 ਲਾਤੇ। ਕਿਹੜੇ ਇੱਕ ਖੇਜੀ ਜਰਨਲ ਵਾਲਿਆਂ ਦਾ, ਇੱਕ ਮੇਰੇ ਰਿਸ਼ਤੇਦਾਰਾਂ ਦਾ ਤੇ ਇੱਕ ਐਸੀ ਵਾਲਿਆਂ ਦਾ। ਯਾਰ ਇਹ ਕਿਹੜੀ ਸੋਚ ਹੈ? ਤੂੰ ਗੁਰਸਿੱਖ ਬੰਦਾ ਹੈ, ਅੰਮ੍ਰਿਤਧਾਰੀ ਇਨਸਾਨ ਹੈ, ਤੂੰ ਬਾਅਦ ਚ ਉਹਨੂੰ ਪਰਚਾ ਕਰਕੇ ਤੇ ਅਰੈਸਟ ਕੀਤਾ ਗਿਆ। ਬੜਾ ਉਸ ਇਲਾਕੇ ਚ ਰੌਲਾ ਪਿਆ ਕਿ ਯਾਰ, ਔਰ ਇੱਥੋਂ ਤੱਕ ਕਿ ਜਿਹੜੀਆਂ ਐਸੀ ਬੀਬੀਆਂ ਸੀਗੀਆਂ ਉਹਨਾਂ ਵਾਸਤੇ ਕੁਰਸੀਆਂ ਅੱਡ ਲਾ ਦਿੱਤੀਆਂ। ਇਹ ਕਿਹੜੇ ਤਿਉਹਾਰ ਮਨਾ ਰਹੇ ਹੋ ਤੁਸੀਂ? ਇਹ ਕਿਹੜੀ ਤੁਹਾਡੀ ਮਤਲਬ ਕਿ ਕਿਹੜੀ ਮੱਤ ਆ? ਸੋ ਇਸ ਕਰਕੇ ਕਈ ਵਾਰ ਸ਼ੱਕ ਪੈਂਦਾ ਕਿ ਠੀਕ ਆ, ਬਜ਼ੁਰਗ ਵੀ ਹੋ ਜਾਂਦੇ ਨੇ ਲੋਕ, ਗੁਰਸਿੱਖੀ ਵੱਲ ਵੀ ਪਰਤ ਪੈਂਦੇ ਨੇ, ਸਾਰਾ ਕੁਛ ਆ, ਪਰ ਉਹਨਾਂ ਦੇ ਸੋਚ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਉਹ ਨਹੀਂ ਬਦਲਦੀਆਂ। ਉਹ ਬਦਲੇਗਾ ਤਾਂ ਹੀ ਜਦੋਂ ਤੁਸੀਂ ਅਮਲ ਕਰੋਗੇ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਮਲ ਚ ਲਿਆਓਗੇ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਪੜੋਗੇ, ਸੁਣੋਗੇ। ਉੱਤੋਂ ਤੇ ਜੋ ਮਰਜ਼ੀ ਹੈ ਫਿਰ ਘਾਹ, ਜਿਵੇਂ ਮਸਕੀਨ ਜੀ ਕਹਿੰਦੇ ਹੁੰਦੇ ਨਾ, ਘਾਹ ਜਿੰਨਾ ਮਰਜ਼ੀ ਕੱਟੀ ਚੱਲੋ। ਸਹੀ ਹੈ। ਹਾਂਜੀ ਜੀ, ਬਿਲਕੁਲ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਸੋਚੋ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਇੱਕ ਵਾਰੀ ਫੇਰ
ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਮਿੰਟੂ ਗੁਰਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਖਬਰ ਤੇ ਨਜ਼ਰ, ਤੇ ਇਸ ਮੌਕੇ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ ਮਿੰਟੂ ਜੀ ਨੂੰ। ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਪੰਜਾਬ ਭਾਰਤ ਦੀ ਸਿਆਸਤ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਨੂੰ ਲੈ ਕੇ, ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ 4082725200। ਮਿੰਟੂ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਜੀ ਸਵਾਗਤ ਹੈ ਜੀ। ਸ਼ੁਕਰੀਆ ਜੀ। ਤੇ ਆਪਾਂ ਆਪਣੇ ਜਿਹੜੇ ਕਾਲਰਸ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਜਸਬੀਰ ਜੀ ਆਪਣੇ ਨਾਲ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ। ਮਿੰਟੂ ਜੀ, ਮੇਰਾ ਨਾ ਸਵਾਲ ਹੈ ਵੀ ਜਿਹੜਾ ਮਾਹੌਲ ਚੱਲ ਰਿਹਾ ਇੰਡੀਆ ਵਿੱਚ, ਖਾਸ ਕਰਕੇ ਜਿਹੜਾ ਵੇਖਣ ਨੂੰ ਮਿਲਿਆ 15 ਅਗਸਤ ਨੂੰ ਤਿਰੰਗੇ ਨੂੰ ਸਰਕਾਰੀ ਤਾਕਤ ਦੇ ਨਾਲ ਚੜਾਉਣ ਤੇ, ਮੈਨੂੰ ਐਂ ਲੱਗਦਾ ਵੀ ਭਾਰਤ ਆਲਰੇਡੀ ਹਿੰਦੂ ਰਾਸ਼ਟਰ ਬਣ ਚੁੱਕਾ ਹੈ ਤੇ ਇੰਪਲੀਮੈਂਟ ਵੀ ਹੋ ਰਿਹਾ ਹੈ। ਪ੍ਰੋਟੋਕਾਲ ਹਿੰਦੂ ਰਾਸ਼ਟਰ ਦੀ ਚੱਲ ਰਹੀ ਹੈ, ਸਿਰਫ ਸਰਕਾਰ ਵੱਲੋਂ ਐਲਾਨ ਹੋਣਾ ਹੀ ਬਾਕੀ ਹੈ ਤੇ ਉਹ ਐਲਾਨ ਵੀ ਹੋ ਜਾਏਗਾ ਜਿਸ ਤਰ੍ਹਾਂ ਲਹਿਰ ਚੱਲੀ ਹੋਈ ਹੈ। ਤੇ ਜਦੋਂ ਇਹ ਬਣ ਜਾਏਗਾ ਹਿੰਦੂ ਰਾਸ਼ਟਰ ਦੇ, ਉਸ ਤੋਂ ਬਾਅਦ ਤੁਸੀਂ ਵੇਖੋ ਤਿਰੰਗਾ ਵੀ ਆਊਟ ਹੋ ਜਾਏਗਾ ਤੇ ਜਿਹੜਾ ਸੰਵਿਧਾਨ ਵੀ ਆਊਟ ਕਰਕੇ ਮਨੂ ਸਿਮਰਤੀ ਦਾ ਸੰਵਿਧਾਨ ਆ ਜਾਏਗਾ। ਤੇ ਮੇਰਾ ਸਵਾਲ ਜਿਹੜਾ ਇਹ ਵੀ ਵੇਖੋ, ਇਸ ਨੂੰ ਬਚਣ ਵਾਸਤੇ, ਕਾਊਂਟਰ ਕਰਨ ਵਾਸਤੇ ਪੰਜਾਬ ਦੇ ਵਿੱਚ ਕੋਈ ਵੀ ਸਿਆਸੀ ਧਿਰ ਨਹੀਂ ਬੋਲ ਰਹੀ, ਖਾਸ ਕਰਕੇ ਬਾਦਲ, ਅਮਰਿੰਦਰ, ਭਗਵੰਤ ਮਾਨ, ਕੋਈ ਵੀ ਹਿੰਦੂ ਰਾਸ਼ਟਰ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਬੋਲ ਰਿਹਾ। ਉਹ ਜਿਹੜੇ ਲੋਕ ਖਾਲਸਾ ਰਾਜ ਲਿਆਉਣ ਲਈ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਤੇ ਆਪਣੇ ਸਿੱਖ ਭਰਾ ਹੀ ਉਹਨੂੰ ਕਾਊਂਟਰ ਕਰਦੇ ਨੇ ਵੀ ਤੁਸੀਂ ਮਾਹੌਲ ਖਰਾਬ ਕਰੋਗੇ, ਮੁੰਡੇ ਮਰਵਾਓਗੇ, ਤੇ ਜਾਂ ਕੇ ਕਈ ਇੱਥੋਂ ਤੱਕ ਕਹਿ ਰਹੇ ਨੇ ਵੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਇਹਨਾਂ ਨੂੰ ਕਾਲੇ ਪਾਣੀ ਭੇਜ ਦਿਓ, ਨਾ ਜ਼ਮੀਨ ਜਾਇਦਾਦਾਂ ਜ਼ਬਤ ਕਰ ਲਓ। ਹੁਣ ਏਦਾਂ ਵੀ ਜਿਹੜੇ ਖਾਲਸਾ ਰਾਜ ਦੀ ਅਸੀਂ ਗੱਲ ਕਰ ਰਹੇ ਹਾਂ, ਇਹਦੇ ਤੇ ਪਿੱਛੇ ਜੇ BBC ਨੇ ਸਰਵੇ ਕਰਵਾਇਆ ਸੀਗਾ ਤੇ ਜਿਹੜਾ ਖਾਲਸਾ ਰਾਜ ਹੈ ਉਹ ਉੱਤਮ ਗਿਣਿਆ ਗਿਆ ਸੀਗਾ ਵੀ ਇਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਉਹ ਦੇਵੇਗਾ, ਸਭ ਨੂੰ ਆਜ਼ਾਦੀ ਦੇਵੇਗਾ, ਜਸਟਿਸ ਦੇਵੇਗਾ। ਹੁਣ ਜਿਹੜਾ ਹਿੰਦੂ ਰਾਸ਼ਟਰ ਆ ਰਿਹਾ ਉਹਦੇ ਬਾਰੇ ਤੁਸੀਂ BBC ਨੂੰ ਪੜ੍ਹ ਲਓ, ਇੰਟਰਨੈਸ਼ਨਲ ਲੈਵਲ ਤੇ ਦੁਹਾਈ ਪਾ ਰਹੇ ਨੇ ਵੀ ਜਦੋਂ ਇਹ ਹਿੰਦੂ ਰਾਸ਼ਟਰ ਆ ਜਾਏਗਾ ਤੇ ਪੂਰੀ ਤਬਾਹੀ ਹੈ ਘੱਟ ਗਿਣਤੀਆਂ ਦੀ। ਮਿਹਰਬਾਨੀ ਜੀ। ਦੇਖੋ, ਤੁਸੀਂ ਨਾਂ ਲਏ ਆ ਸਾਰੇ, ਬਹੁਤ ਵਾਰੀ ਤੁਸੀਂ ਕਾਲ ਕਰਦੇ ਹੋ, ਤੁਸੀਂ ਮੇਰੇ ਲਈ ਤਾਂ ਸਤਿਕਾਰਯੋਗ ਹੋ। ਮੈਂ ਕਦੇ ਵੀ ਕਿਸੇ ਵੀ ਵਿਚਾਰਧਾਰਾ ਦੇ ਬੰਦੇ ਨੂੰ ਸਤਿਕਾਰ ਤੋਂ ਅਦਬ ਤੋਂ ਬਗੈਰ ਨਹੀਂ ਕੋਇਆ। ਸ਼ਾਇਦ ਇਹੀ ਮਤਲਬ ਕਿ 10 ਸਾਲ ਦੇ ਇਸ ਸਮਾਂ ਕਾਰਜ ਦੇ ਵਿੱਚ ਜਿਹੜਾ ਮੇਰਾ ਗੁਜ਼ਰਿਆ, ਮੈਂ ਇਹਦੇ ਚ ਇਹੀ ਸਿੱਖਿਆ ਕਿ ਹਰੇਕ ਆਈਡੀਓਲੋਜੀ ਦਾ ਸਨਮਾਨ ਕਰਨਾ ਚਾਹੀਦਾ ਬਤੌਰ ਜਰਨਲਿਸਟ। ਮੈਂ ਸਹਿਮਤ ਹੋਵਾਂ ਜਾਂ ਨਾ ਹੋਵਾਂ, ਉਹ ਮੇਰੀ ਚੁਆਇਸ ਹੈ। ਰਹੀ ਗੱਲ, ਤੁਸੀਂ ਨਾਮ ਬੋਲੇ ਆ, ਪਰ ਉਹਨਾਂ ਚੋਂ ਸਿਮਰਨਜੀਤ ਸਿੰਘ ਮਾਨ ਨੂੰ ਕਿਉਂ ਛੱਡ ਦਿੱਤਾ? ਆਹੀ ਤੇ ਗੱਲਾਂ ਨੇ ਨਾ। ਸਿਮਰਨਜੀਤ ਸਿੰਘ ਮਾਨ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਹੁਣ ਕਾਊਂਟਰ ਕਰਨ? ਤੁਸੀਂ ਇੱਥੇ ਕਰੀ ਜਾਓ, ਤੁਹਾਨੂੰ ਕੌਣ ਸੁਣੇਗਾ ਇੱਥੇ ਪੰਜਾਬ ਦੇ ਵਿੱਚ? ਉਹਨਾਂ ਦਾ ਇੱਕ ਬਿਆਨ ਸਾਰੀ ਦਿਹਾੜੀ ਦੀ ਸਟੋਰੀ ਬਣਦਾ ਇੱਥੇ ਕਿ ਉਹਨਾਂ ਨੂੰ ਦੱਸਣਾ ਨਹੀਂ ਸੀ ਚਾਹੀਦਾ ਨਿਸ਼ਾਨਦੇਹੀ ਕਰਕੇ ਕਿ ਤਿਰੰਗੇ ਦਾ ਬਾਈਕਾਟ ਕਿਹਨਾਂ ਕੀਤਾ ਸੀਗਾ 1947 ਚ, ਆਜ਼ਾਦੀ ਦੇ ਜਸ਼ਨਾਂ ਦੀ ਮਤਲਬ ਕਿ ਪ੍ਰੋਗਰਾਮਾਂ ਦੀ ਸਾਰੀ, ਜਿੱਦਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਕਾਂਟਾ ਮਾਰ ਕੇ, ਤੇ ਉਹਨਾਂ ਨੇ ਜਿਹੜੀ ਆਪਣੀ ਲਹਿਦਗੀ ਕੀਤੀ ਸੀ ਉਹ ਕਿਹਨੂੰ ਦੱਸਣਾ? ਇਹਨਾਂ ਨੇ ਤਾਂ ਇਤਿਹਾਸ ਵੀ ਪੜ੍ਹਿਆ, ਇਹ ਤਾਂ ਹਿੰਦੂ ਤਾਂ ਬੋਲਦੇ ਵੀ ਰਹਿੰਦੇ ਆ। ਇਹ ਦੱਸਣ ਕਿ 52 ਸਾਲ ਉਹਨਾਂ ਨੇ ਕਿਉਂ ਨਹੀਂ ਆਪਣੇ ਹੈੱਡਕੁਆਟਰ ਤੇ ਝੰਡਾ ਚਲਾਇਆ, ਹੋਣੀ ਕਿਉਂ? ਤੇ ਅਸੀਂ ਮੈਂ ਘੱਟੋ ਘੱਟ 10 ਮੰਚਾਂ ਤੇ ਬੋਲ ਚੁੱਕਾ। ਸੋ ਰਾਜ ਕਿਹਦਾ ਆਉਣਾ ਕਿਹਦਾ ਨਹੀਂ ਆਉਣਾ ਸਰਦਾਰ ਸਾਹਿਬ ਸਾਨੂੰ ਨਹੀਂ ਪਤਾ, ਪਰ ਹਾਲ ਦੀ ਘੜੀ ਤਿਰੰਗਾ ਪਹਿਲਾਂ ਵੀ ਸੀਗਾ। ਤਿਰੰਗਾ ਇਸ ਮੁਲਕ ਦਾ ਪ੍ਰਤੀਕ ਹੈ, ਤਿਰੰਗੇ ਨਾਲ ਕੋਈ ਪ੍ਰੋਬਲਮ ਵੀ ਨਹੀਂ ਹੈਗੀ। ਇੱਥੇ ਬਹੁਤੇ ਪਿੰਡਾਂ ਦੇ ਵਿੱਚ ਨਾ ਕਿਸੇ ਨੇ ਉਹ ਚਲਾਇਆ ਤੇ ਨਾ ਕਿਸੇ ਨੇ ਉਹ ਚਲਾਇਆ। ਜਿਹਨੇ ਚਲਾਇਆ ਤਿਰੰਗਾ ਵੀ ਚਲਾ ਲਿਆ, ਜਿਹਨੇ ਕੇਸਰੀ ਚਲਾਉਣਾ ਸੀ ਕੇਸਰੀ ਵੀ ਚਲਾ ਲਿਆ, ਕੋਈ ਫਰਕ ਨਹੀਂ ਹੈ। ਆਮ ਲੋਕਾਂ 'ਚ ਕੋਈ ਫਰਕ ਨਹੀਂ ਹੈ। ਪਰ ਨਾ ਹਿੰਦੂ ਰਾਸ਼ਟਰ ਹਾਲੇ ਆਇਆ, ਨਾ ਉਸ ਹਿੰਦੂ ਰਾਸ਼ਟਰ ਨੂੰ ਸਾਰੇ ਹਿੰਦੂ ਪ੍ਰਵਾਨ ਕਰਨਗੇ ਹਾਲ ਦੀ ਘੜੀ। ਇਹ ਬਿਲਕੁਲ ਮੈਂ ਇਸ ਗੱਲ ਦੇ ਨਾਲ ਅਸਹਿਮਤ ਹਾਂ। ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ, ਜਦੋਂ ਆਏਗਾ ਦੇਖੀ ਜਾਏਗੀ, ਉਹ ਬਾਅਦ ਦੀ ਗੱਲ ਹੈ। ਪਰ ਹਾਲ ਦੀ ਘੜੀ ਐਸਾ ਨਹੀਂ ਹੈ ਕਿ ਹਿੰਦੂ ਰਾਸ਼ਟਰ ਆ ਗਿਆ ਜਾਂ ਉਹ ਜਿਹੜੀ ਸਾਡੀ ਵੰਨ-ਸੁਵੰਨਤਾ ਜਾਂ ਜਿਹੜੀ ਸਾਡੀ ਆਜ਼ਾਦੀ ਹੈ ਖੁਦ ਉਸ ਆਜ਼ਾਦੀ ਨੂੰ ਖਤਮ ਕਰ ਦੇਣਗੇ। ਸੋ ਐਸਾ ਨਹੀਂ ਹੈ। ਤੇ ਮੇਰਾ ਮੰਨਣਾ ਇਹ ਹੈ ਕਿ ਕਰ ਵੀ ਨਹੀਂ ਪਾਉਣਗੇ। ਜੋ ਦੁਨੀਆ ਦੇ ਹਾਲਾਤ ਬਣੇ ਪਏ ਇਹੋ ਜਿਹਾ ਸਟੈਪ ਚੱਕਣਗੇ ਵੀ ਨਹੀਂ। ਇਹ ਸਾਰਾ ਕੁਝ ਚੱਲਦਾ ਰਹੇਗਾ ਜਿੱਦਾਂ ਆਪਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚਰਚਾਵਾਂ ਚਲਾਉਂਦੇ ਰਹਿੰਦੇ ਹਾਂ ਜੀ। ਅਗਲੇ ਕਾਲਰ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਿੰਟੂ ਜੀ, ਮੇਰਾ ਸਵਾਲ ਹੈਗਾ ਜਿਹੜਾ ਨਵੀਆਂ ਬਣੀਆਂ ਜਿਹੜੀਆਂ ਆਮ ਆਦਮੀ
ਹੈਗੀਆਂ ਮਹੱਲਾ ਕਲੀਨਿਕਾਂ ਦੇ ਉੱਤੇ, ਹੂੰ। ਕੀ ਇਹ ਮਤਲਬ ਕਿ ਸਿਰਫ ਤਾਪ ਸਰਵਾਹ ਜਾਂ ਜਿਵੇਂ ਕਹਿ ਦਈਏ ਵੀ ਸਿਰ ਦੁਖਦੇ ਦੀ ਗੋਲੀ ਲੈਣ ਵਾਲੀਆਂ ਹੀ ਆ, ਜਾਂ ਇੱਥੇ ਕੋਈ ਇਸ ਤਰ੍ਹਾਂ ਦੀ ਸਰਵਿਸ ਹੋਊ ਜਿਵੇਂ ਕਿ ਹੁਣ ਹਾਰਟ ਅਟੈਕ ਜਾਂ ਸਟਰੋਕ ਵੇਲੇ ਤੁਹਾਨੂੰ ਲੋੜ ਹੁੰਦੀ ਆ ਮਰੀਜ਼ ਨੂੰ, ਜਾਂ ਡਿਲੀਵਰੀ ਵੇਲੇ ਔਰਤਾਂ ਨੂੰ ਲੋੜ ਹੁੰਦੀ ਹੈ, ਕੋਈ ਇਸ ਤਰ੍ਹਾਂ ਦੀ ਫੈਸਿਲਿਟੀ ਹੈਗੀ ਆ ਇੱਥੇ? ਤੇ ਕੀ ਜਿਹੜਾ ਇਹਨਾਂ ਤੇ ਪੈਸਾ ਖਰਚ ਕਰਨ ਜਾ ਰਹੇ ਆ, ਔਰ ਇੱਕ ਜ਼ਿਲ੍ਹਾ ਪੱਧਰ ਤੇ ਕੋਈ ਆਪਣੇ ਇਸ ਤਰ੍ਹਾਂ ਦੀ ਸੁਵਿਧਾ ਹੈਗੀ ਆ ਵੀ ਜੇ ਕਿਸੇ ਨੂੰ ਹਾਰਟ ਅਟੈਕ ਜਾਂ ਸਟਰੋਕ ਆਉਂਦਾ ਵੀ ਕੋਈ ਜ਼ਿਲ੍ਹਾ ਪੱਧਰ ਤੇ ਕੋਈ ਉੱਥੇ ਸਹਾਇਤਾ ਮਿਲ ਸਕੇ? ਸਾਡੇ ਜ਼ਿਲ੍ਹੇ 'ਚ ਤਾਂ ਹੈ ਨਹੀਂ ਗੀ, ਸਾਨੂੰ ਤਾਂ ਲੁਧਿਆਣੇ ਹੀ ਜਾਣਾ ਪੈਂਦਾ, ਜਿਹੜਾ ਕਿ 1.5 ਘੰਟੇ ਦੀ ਡਰਾਈਵ ਆ ਸਾਡੇ ਮਤਲਬ ਕਿ ਇਲਾਕੇ ਦੇ ਕਿਸੇ ਵੀ ਪਿੰਡ ਨਹੀਂ, ਤੋਂ। ਮੋਸਟਲੀ ਹੈ ਨਹੀਂਗਾ ਜੀ, ਮੋਸਟਲੀ ਹੈ ਨਹੀਂਗਾ, ਸਾਰਿਆਂ ਲਈ ਇਹੀ ਹਾਲ ਹੈ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਭੱਜਣਾ ਪੈਂਦਾ। ਰਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਲੀਨਿਕਾਂ ਦੀ, ਕਲੀਨਿਕਾਂ ਦਾ ਤਾਂ ਟਾਈਮ ਹੀ 2 ਵਜੇ ਤੱਕ ਦਾ, ਸਰਦੀਆਂ 'ਚ 3 ਵਜੇ ਤੱਕ ਦਾ ਹੋ ਜਾਏਗਾ, ਜਾਂ ਏਦਾਂ ਕੋਈ 4 ਵਜੇ ਤੱਕ ਦਾ ਹੋ ਜਾਏਗਾ, ਤਾਂ ਡਿਲੀਵਰੀ ਤੇ ਰਾਤ ਨੂੰ ਵੀ ਹੋ ਸਕਦੀ ਹੈ, ਸਟ੍ਰੋਕ ਤੇ ਰਾਤ ਨੂੰ ਵੀ ਹੋ ਸਕਦਾ। ਤੇ ਇਹ ਤਾਂ ਕਾਮਨ ਸੈਂਸ ਦੀ ਗੱਲ ਹੈ ਨਾ ਕਿ ਜਿਹੜੀ ਐਮਰਜੈਂਸੀ ਆ ਉਹ ਤਾਂ ਆਪਾਂ ਨੂੰ ਕਹਿ ਲਓ ਕਿ 24/7 ਚਾਹੀਦੀ ਹੈ ਨਾ, ਉਹਦੇ ਵਾਸਤੇ ਏਡ ਚਾਹੀਦੀ, ਉਹਦੇ ਵਾਸਤੇ ਐਂਬੂਲੈਂਸ ਚਾਹੀਦੀ ਹੈ। ਉਹ ਪ੍ਰੋਪਰ ਹਾਲੇ ਸਾਡੇ ਇੱਥੇ ਹੈ ਨਹੀਂ ਇਨਫਰਾਸਟ੍ਰਕਚਰ ਕਿ ਪਿੰਡਾਂ ਤੱਕ ਰਾਤ ਬਰਾਤੇ ਜੇ ਕੋਈ ਗਰੀਬ ਹੈ, ਹਰੇਕ ਦੇ ਘਰੇ ਗੱਡੀ ਥੋੜੀ ਨਾ ਖਲੋਤੀ ਹੈ ਡਿਲੀਵਰੀ ਵੇਲੇ, ਜਾਂ ਉਹਨਾਂ ਨੂੰ ਜਾਂ ਤਾਂ ਮਿਹਨਤ ਕਰਨੀ ਪੈਂਦੀ ਹੈ ਰਾਤ ਨੂੰ ਉੱਠ ਕੇ ਕਿਸੇ ਦੀ, ਤੇ ਜਾਂ ਕਿਰਾਏ ਤੇ ਲੈਣੀ ਪੈਂਦੀ ਹੈ, ਤੇ ਜਾਂ ਫਿਰ ਸ਼ਹਿਰੋਂ ਆਉਂਦੀ ਹੈ। ਤਾਂ ਹਾਲੇ ਤੱਕ ਤਾਂ ਐਂਬੂਲੈਂਸ ਵੀ ਪਿੰਡਾਂ 'ਚ ਪ੍ਰੋਪਰ ਨਹੀਂ ਪਹੁੰਚੀ ਸਰ, ਇੱਥੇ ਬਹੁਤ ਦੂਰ ਦੀਆਂ ਗੱਲਾਂ ਜੀ। ਥੈਂਕ ਯੂ ਰਾਜ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜੋਗਾ ਸਿੰਘ ਜੀ। ਹਾਂਜੀ Hello. ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। हाँ सर, सत श्री अकाल जी। हाँ जी, मेरे तो छोटा सोलर राजधानी ਤੇ ਆਪਣੇ ਕਹਿੰਦਾ ਮੁੰਡੀ ਜੀ ਜੇ ਆਪਣੇ ਟਰਾਂਸਪੋਰਟ ਹੈਗੀ ਆ, ਇਹਦੇ ਵਿੱਚ ਜਿਹੜੇ ਲੱਠ ਮਾਰ ਜਿਹੜੇ ਆਪਣੀਆਂ ਮਰਜ਼ੀਆਂ ਨਾਲ ਬੱਸਾਂ ਚਲਾਉਂਦੇ ਸੀ, ਟਾਇਰ ਦੀ ਕੋਈ ਪਰਵਾਹ ਨਾ ਕਰਦੇ, ਉਹ ਜਾ ਕੇ ਪ੍ਰਾਈਵੇਟ ਬੱਸਾਂ ਦੇ ਕੋਈ ਆਪਣੇ ਕੋਈ ਸੁਧਾਰ ਹੋਇਆ ਜਾਂ ਕਿ ਉੱਤੇ ਲੱਠ ਮਾਰ ਚਲੀ ਜਾਂਦੇ ਜੀ? ਆਏ ਪੁੱਛਣਾ ਜੀ ਜੀ। ਨਹੀਂ ਦੇਖੋ, ਲੱਠ ਮਾਰਨ ਦਾ ਤੇ ਨਹੀਂ ਪਤਾ ਸਰਦਾਰ ਸਾਹਿਬ, ਪਰ ਇੱਥੇ ਕੱਲ ਵੀਡੀਓ ਵਾਇਰਲ ਹੋਈ ਪਈ ਸੀ ਕਿ ਜਲੰਧਰ ਦੇ ਵਿੱਚ ਗੁੱਥਮ ਗੁੱਥੀ ਹੋਣ ਡਏ ਸੀਗੇ ਡਰਾਈਵਰ ਤੇ ਕੰਡਕਟਰ, ਦੇ ਵੱਖੀ ਚ ਘਸੋਣ ਤੇ ਲੱਕ ਚ ਘਸੋਣ ਇੱਕ ਦੂਜੇ ਦੇ। ਲੜਾਈ ਝਗੜੇ ਤਾਂ ਬਈ ਇਹਨਾਂ ਦੇ ਨਹੀਂ ਹਟਨੇ ਸਰ, ਉਹ ਤੇ ਨਹੀਂ ਹਟੋਗੇ, ਕਿਉਂਕਿ ਟਰਾਂਸਪੋਰਟ ਦੇ ਵਿੱਚ ਲੜਾਈ ਝਗੜੇ ਟਾਈਮ ਨੂੰ ਲੈ ਕੇ, ਇੱਕ ਪਾਣੀ ਦੀ ਵਾਰੀ ਤੇ ਇੱਕ ਜਿਹੜੀ ਆ ਬੱਸਾਂ ਦੀ ਵਾਰੀ ਕਾਊਂਟਰ ਤੇ, ਇਹਨਾਂ 'ਚ ਲੜਾਈ ਝਗੜੇ ਹੋਣੇ ਹੀ ਹੋਣੇ ਆ। ਇਹ ਚੱਲਣਗੇ ਚੱਲਦੇ ਰਹਿਣੇ ਅਨੰਤ ਕਾਲ ਤੱਕ ਹੀ ਚੱਲਣਗੇ, ਇਹ ਨਹੀਂ ਕਦੇ ਮੁੱਕ ਸਕਦੇ, ਮੇਰਾ ਤਾਂ ਮੰਨਣਾ ਇਹ ਹੈ। ਦੂਜੀ ਗੱਲ ਜਿਹੜੀ ਹੈ ਕਿ ਲੱਠ ਮਾਰੀ ਵਾਲੀ ਉਹ ਨਹੀਂ, ਹੁਣ ਕੋਈ ਬਹੁਤੀ ਵੱਡੀ ਕੋਈ ਲੜਾਈ ਹੋਈ ਨਹੀਂ ਹੈ, ਪਰ ਹਾਲੇ ਵੀ ਉਹ ਦੇਖੋ ਉਹਨਾਂ ਦੇ ਗਰੁੱਪ ਤਾਂ ਰਹਿੰਦੇ ਆ ਨਾ, ਤਗੜੀਆਂ ਟਰਾਂਸਪੋਰਟਾਂ ਦੇ ਜਿਹੜੇ ਹੁੰਦੇ ਆ ਨਾ ਸਰ, ਉਹਨਾਂ ਦੇ 5-7 ਬੰਦੇ ਹਰੇਕ ਅੱਡੇ ਤੇ ਕਿਤੇ ਨਾ ਕਿਤੇ ਖਲੋਤੇ ਹੀ ਹੁੰਦੇ ਆ, ਕਿਉਂਕਿ ਬੱਸਾਂ ਆਉਣੀਆਂ, ਕਿਸੇ ਨੂੰ ਉੱਥੇ ਟਿਕਟਾਂ ਫੜਾਉਣੀਆਂ, ਕਿਸੇ ਨੇ ਕੋਈ ਤੇਲ ਦੀ ਸਪਲਾਈ ਕਰਨੀ ਹੈ, ਕੋਈ ਹੋਰ ਸਮਾਨ ਦੇਣਾ, ਏਦਾਂ ਅੱਡਾ ਬੁਕਿੰਗ ਕਰਨੀ ਹੈ, 5-7-10 ਬੰਦੇ ਤੇ ਹਰੇਕ ਚੰਗੀ ਟਰਾਂਸਪੋਰਟ ਦੇ ਹੁੰਦੇ ਹੀ ਨੇ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਬੰਸ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਇੱਕ ਸਟੇਡੀਅਮ ਦੀ ਛੱਤ ਪਰ ਕੁੜੀ ਨੂੰ ਧੱਕਾ ਦੇ ਦਿੱਤਾ ਗਿਆ ਸੀਗਾ, ਉਹਦੀ ਦੋਵੇਂ ਲੱਤਾਂ ਟੁੱਟ ਗਈਆਂ ਤੇ ਜਬੜਾ ਜੁੜਾ ਜਿਹਾ ਖਰਾਬ ਹੋ ਗਿਆ ਸੀਗਾ। ਉਹ ਕਿੱਦਾਂ ਹੋਇਆ ਜੀ, ਹੁਣ ਹੋਇਆ ਕਿਹੜੀ ਜਗ੍ਹਾ ਤੋਂ ਕੁੜੀ ਨੂੰ ਧੱਕਾ ਦਿੱਤਾ? ਮੈਂ ਦੱਸ ਦਿੰਦਾ ਜੀ। ਦੇਖੋ, ਮੋਗਾ ਦੀ ਘਟਨਾ ਉਹ, ਤੇ ਉਹਦੇ ਚ ਕੁੜੀ ਕਹਿੰਦੀ ਆ ਕਿ ਇਸ ਤਰ੍ਹਾਂ ਮੈਨੂੰ ਬੁਲਾ ਕੇ ਤੇ ਮੁੜ ਕੇ ਮੇਰਾ ਫੋਨ ਖੋਣ ਦਾ ਯਤਨ ਕੀਤਾ ਜਾਂ ਬਦਤਮੀਜ਼ੀ ਦਾ ਯਤਨ ਕੀਤਾ, ਤੇ ਉਸ ਤੋਂ ਬਾਅਦ ਜਦ ਮੈਂ ਥੋੜਾ ਬਚਣ ਦਾ ਤਹਈਆ ਕੀਤਾ ਤੇ ਉਹਨੇ ਮੈਨੂੰ ਧੱਕਾ ਦੇ ਦਿੱਤਾ। ਠੀਕ ਹੈ ਜੀ, ਤਾਂ ਉਹ ਗਿਰ ਗਈ ਤੇ ਉਸ ਤੋਂ ਬਾਅਦ ਉੱਥੋਂ ਭੱਜ ਗਏ। ਕੁੜੀ ਇਹ ਕਹਿੰਦੀ ਹੈ, ਪਰ ਮੁੰਡੇ ਵਾਲੇ ਇਹ ਕਹਿੰਦੇ ਆ ਕਿ ਦਰਅਸਲ ਕੁੜੀ ਉਹਦੇ ਤੇ ਵਿਆਹ ਦਾ ਦਬਾਅ ਪਾ ਰਹੀ ਸੀ, ਉੱਥੇ ਇਹਨਾਂ ਦੀ ਕਿਹਾ ਸੁਣੀ ਹੋਈ ਆ ਤੇ ਇਹਨੇ ਛਾਲ ਮਾਰੀ, ਕੁਛ ਐਸਾ ਉਹਨਾਂ ਦਾ ਵਾਕਿਆ। ਕਿਉਂਕਿ ਸਾਡਾ ਹਮੇਸ਼ਾ ਇੱਕ ਯਤਨ ਰਹਿੰਦਾ ਸਰ ਕਿ ਅਸੀਂ ਗੱਲ ਜਦੋਂ ਤੱਕ ਸਾਨੂੰ ਪੂਰੀ ਨਾ ਪਤਾ ਹੋਵੇ, ਨਾ ਮਾਲੂਮ ਹੋਵੇ, ਤੇ ਅਸੀਂ ਕਹਿੰਦੇ ਨਹੀਂ, ਦੱਸਦੇ ਨਹੀਂ, ਤੇ ਜੇ ਦੱਸਣੀ ਆ ਤਾਂ ਫਿਰ ਅਸੀਂ ਦੋਹਾਂ ਪਾਸਿਆਂ ਦਾ ਪੱਖ ਤੁਹਾਡੀ ਕਚਹਿਰੀ 'ਚ ਰੱਖ ਦਿੰਦੇ ਹਾਂ। ਸੱਚ ਕੀ ਹੈ, ਝੂਠ ਕੀ ਹੈ, ਉਹ ਮਾਮਲਾ ਬਾਅਦ ਦਾ ਹੁੰਦਾ ਹੈ, ਪਰ ਜੋ ਸੂਚਨਾ ਦੇ ਤੌਰ ਤੇ ਸਾਡੇ ਕੋਲ ਹੋਵੇ ਉਹ ਅਸੀਂ ਤੁਹਾਨੂੰ ਦੱਸਦੇ, ਨਹੀਂ ਤਾਂ ਸੂਚਨਾ ਦੇ ਤੌਰ ਤੇ ਹੈ ਜੀ।
ਅਗਲੇ ਕਾਲਰ ਨੇ ਜਸਬੀਰ ਜੀ। ਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਕਾਲ ਕਰ ਸਕਦੇ ਹੋ। ਫੋਨ ਲਾਈਨਸ ਓਪਨ ਨੇ। ਨੰਬਰ ਹੈ 408 272 5200। ਜੀ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਮਿੰਟੂ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਇਹ ਇੱਕ ਕੁਐਸਚਨ ਤਾਂ ਹੈਗਾ ਜੀ, ਜਿਹੜਾ ਹੁਣ ਸਤਪਾਲ ਮਾਲਕ ਮੋਹਰੇ ਕੀਤਾ ਜੀ ਉਹਨੀ RSS ਨੇ, ਮੋਦੀ ਦਾ ਬੰਦਾ ਹੋ ਸਕਦਾ? ਤੇ ਦੂਜਾ ਕੁਐਸਚਨ ਹੈ ਜੀ, ਤੁਹਾਡਾ ਸ਼ੁਭ ਨਾਮ ਕੀ ਆ ਜੀ, ਪੂਰਾ ਨਾਮ? ਰੇਡੀਓ ਤੇ ਸੁਣਦਾ ਜੀ। ਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਪੂਰਾ ਨਾਮ ਮੇਰਾ ਬਲਜਿੰਦਰ ਸਿੰਘ ਹੈ ਜੀ। ਤੇ ਹੁਣ ਤਾਂ ਵੈਸੇ ਮੈਨੂੰ ਉਹ ਲੱਗਦਾ ਕਿ ਮੇਰੀ ਮਾਤਾ ਵੀ ਨਾਂ ਰੱਖ ਕੇ ਭੁੱਲ ਗਈ ਹੋਣੀ ਹੈ, ਕਿਉਂਕਿ ਮੇਰਾ ਬਚਪਨ ਤੋਂ ਨਾਮ ਜਾਂ ਸਾਰੇ ਆਸੇ ਪਾਸੇ ਇਹੀ ਹੈ ਜੀ ਇਹੀ। ਮਿੰਟੂ ਫਿਰ ਹੀ ਮੇਰੇ ਪਿੰਡ ਦੇ, ਨਾਮ। ਕਿਉਂਕਿ ਅਸੀਂ 3-4 ਸੀ, ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਵੀ ਸੁਣਾ ਦਿੰਦਾ। ਜ਼ਰੂਰ ਕਿ ਅਸੀਂ 3-4 ਸੀਗੇ, ਹਮ ਉਮਰ ਸੀਗੇ, ਤੇ ਮਤਲਬ ਕਿ ਹਮ ਖਿਆਲੀ ਵੀ ਸੀ, ਤੇ ਸਾਰਿਆਂ ਦੇ ਨਾਮ ਮਿੰਟੂ ਮਿੰਟੂ ਸੀ। ਉਹ ਫਿਰ ਇੱਕ ਦਾ ਲੋਕਾਂ ਨੇ ਨਾਂ ਰੱਖਤਾ ਮਿੰਟੂ ਸਕੂਟਰਾਂ ਵਾਲਾ, ਮਿਸਤਰੀ ਸੀਗਾ। ਇੱਕ ਦਾ ਨਾਂ ਰੱਖਤਾ ਮਿੰਟੂ ਬਾਹਮਣ, ਉਹ ਬਾਹਮਣਾ ਦਾ ਮੁੰਡਾ ਸੀ ਸਾਡੇ ਨਾਲ। ਅੱਛਾ। ਤੇ ਮੇਰਾ ਪਿੰਡ ਸੀ ਗੁਰੂਸਰ, ਮੇਰਾ ਨਾਂ ਰੱਖ ਦਿੱਤਾ ਗੁਰੂਸਰੀਆ। ਤੇ ਇੱਕ ਹੋਰ ਸੀ ਮਿੰਟੂ, ਉਹ ਸਾਂਵਲੇ ਰੰਗ ਦਾ ਸੀ, ਉਹਨੂੰ ਮਿੰਟੂ ਕਾਲਾ ਕਹਿ ਦਿੰਦੇ ਸੀ। ਤੋ ਏਦਾਂ ਸਾਡੇ ਸਾਰਿਆਂ ਦੇ ਨਾਂ ਪੱਕ ਗਏ, ਤੇ ਮੇਰੇ ਪਿੰਡ ਦਾ ਨਾਂ ਫਿਰ ਮੇਰੇ ਨਾਲ ਜੁੜ ਗਿਆ। ਮੈਂ ਮਤਲਬ ਕਿ ਏਦਾਂ ਕਹਿ ਲਓ ਕਿ ਮੈਂ ਭਾਗ ਵਾਲਾ ਸਮਝਦਾ ਹੈ, ਕਿਉਂਕਿ ਸਾਡਾ ਪਿੰਡ ਗੁਰੂ ਦੇ ਨਾਮ ਤੇ ਆ। ਤਾਂ ਫਿਰ ਮੈਂ ਕਿਹਾ ਨਹੀਂ, ਚੱਲਣ ਦੇ, ਇਹੀ ਚੱਲਣ ਦੇ ਜੋ ਰੱਬ ਨੇ, ਵਾਹਿਗੁਰੂ ਨੇ ਉਸ ਟਾਈਮ ਬਖਸ਼ਿਆ ਹੈ ਨਾ, ਇਹ ਵਧੀਆ ਪਿੰਡ ਦਾ ਨਾਮ ਜਿਹੜਾ ਗੁਰੂਆਂ ਦੇ ਨਾਮ ਤੇ ਹੈ। ਸੋ ਆਹ ਕਹਾਣੀ ਹੈ ਜੀ। ਤੁਸੀਂ ਵੀ ਲੱਭ ਕੇ ਮਿੰਟੂਆਂ ਦੀ ਟੋਲੀ ਬਣਾਈ ਫਿਰ, ਹੈ? ਹਾਂਜੀ ਹਾਂਜੀ, ਉਹ ਅਸੀਂ ਸਾਰੇ ਹਮ ਉਮਰ ਸੀ, ਹੁਣ ਵੀ ਮਿਲਦੇ ਆ ਨਾ, ਤਾਂ ਕਿਤੇ ਬੜਾ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਹਾਸਾ ਠੱਠਾ ਹੁੰਦਾ। ਤੇ ਹਾਂ ਜੀ, ਸਵਾਲ ਕੀ ਸੀਗਾ ਇਹਨਾਂ ਦਾ? ਸਤਪਾਲ। ਅੱਛਾ, ਸਤਿਆਪਾਲ ਮਲਿਕ। ਦੇਖੋ ਉਹਦਾ ਕੋਈ ਪਤਾ ਨਹੀਂ ਹੈ ਸਰ, ਉਹ ਕਈ ਪਾਰਟੀਆਂ ਚੋਂ ਪਹਿਲਾਂ ਆਇਆ ਹੋਇਆ, ਤੇ ਵੈਸਟਰਨ ਯੂਪੀ ਉਹਦਾ ਇਲਾਕਾ ਹੈ, ਜਿੱਥੇ ਕਿਸਾਨੀ ਵੋਟ ਤੋਂ ਬਗੈਰ ਬੰਦਾ ਜਿੱਤਦਾ ਵੀ ਨਹੀਂ ਹੈ। ਤੇ ਕੱਲ ਨੂੰ ਹੋ ਸਕਦਾ ਇਹਨੂੰ ਰਾਜਪਾਲ ਦੀ ਰਿਟਾਇਰਮੈਂਟ ਤੋਂ ਬਾਅਦ ਇਲੈਕਸ਼ਨ ਲੜਨਾ ਪੈ ਜਾਵੇ, ਸੋ ਇਸ ਕਰਕੇ ਥੋੜਾ ਜਿਹਾ ਜ਼ਿਆਦਾ ਹੇਜ ਕਰਦਾ ਆ। ਤੇ ਪੱਕੀ ਕਿਸੇ ਦੇ ਅੰਦਰ ਵੜ ਕੇ ਆਪਾਂ ਨਹੀਂ ਵੇਖ ਸਕਦੇ, ਨਾ ਹੀ ਕਿਸੇ ਬਾਰੇ ਕੁਝ ਕਹਿ ਸਕਦੇ ਆ। ਸੋ ਆਹ ਗੱਲਬਾਤ ਆ। ਤੇ ਬਾਕੀ ਉਹ ਬਹੁਤ ਮਤਲਬ ਕਿ ਜਿਵੇਂ ਉਹ ਕਹਿੰਦੇ ਹੁੰਦੇ ਨਾ ਕਿ ਘਾਟ ਦਾ ਪਾਣੀ ਪੀ ਕੇ ਆਇਆ ਸੀ ਭਾਰਤੀ ਜਨਤਾ ਪਾਰਟੀ। ਜੀ ਜੀ, ਥੈਂਕ ਯੂ ਜੀ ਕਾਲ ਲਈ। ਤੇ ਅਗਲੇ ਕਾਲਰ ਓਂਕਾਰ ਸਿੰਘ। ਹੈਲੋ, ਸਤਿ ਸ੍ਰੀ ਅਕਾਲ ਜੀ ਮਿੰਟੂ ਭਾਈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਮਿੰਟੂ ਭਾਈ ਜੀ, ਮੈਂ ਇੱਕ ਇਨਫੋਰਮੇਸ਼ਨ ਦੀ ਚਾਹੁੰਦਾ ਸੀ। ਮੈਂ ਕਿਹਾ ਇੱਕ ਬਤਵੰਤੇ ਸੱਜਣ ਇੱਥੇ ਨਿਊਜ਼ ਦਿੰਦੇ ਹੁੰਦੇ ਸੀ ਸ਼ਾਮ ਨੂੰ, ਤੇ ਉਹ ਸਾਨੂੰ ਬੜੇ ਉਹਨਾਂ ਨੇ ਸਭ ਜਵਾਬ ਦਿਖਾਲੇ ਜੀ, ਆਮ ਆਦਮੀ ਏਦਾਂ ਹੋਏਗਾ, ਉਹ ਹੋਏਗਾ, ਜੇ ਨਾ ਖੜੇ ਤੁਹਾਡੇ ਨਾਲ ਮੈਂ ਤੁਹਾਡੀ ਆਵਾਜ਼ ਬਣੂਗਾ। ਹੁਣ ਉਹ ਕਈਆਂ ਦਿਨਾਂ ਦੀ ਆਵਾਜ਼ ਹੀ ਬਣ ਹੋ ਗਈ ਜੀ, ਤੇ ਆਪਣਾ ਫੋਨ ਵੀ ਕਟਾ ਗਏ ਜੀ। ਉਹ ਅੱਗੇ ਉਹਨਾਂ ਦਾ WhatsApp ਨੰਬਰ ਤੇ ਕਦੇ ਮੈਸੇਜ ਕਰ ਦਿੰਦਾ ਸੀ ਤੇ ਜਵਾਬ ਦੇ ਦਿੰਦੇ ਹੁੰਦੇ ਸੀ ਮਾੜਾ ਮੋਟਾ। ਹੁਣ ਉਹਨਾਂ ਨੇ ਉਹ ਵੀ ਬੰਦ ਕਰਾਤਾ, ਤੇ ਜੇ ਫਿਰ ਉਹਨਾਂ ਨੂੰ ਲੱਭਣਾ ਹੋਵੇ ਤਾਂ ਕਿੱਥੇ ਲੱਭਾਂਗੇ ਜੀ? ਦੇਖੋ ਮੇਰੀ ਗੱਲ ਸੁਣੋ, ਹਾਲ ਦੀ ਘੜੀ ਮੇਰੇ ਨਾਲ ਹੀ ਗੁਜ਼ਾਰਾ ਕਰ ਲਓ। ਮੈਂ ਤੇ ਹੈਗਾ ਨਾ, ਮੈਂ ਤੁਹਾਡੀ ਸੇਵਾ 'ਚ ਕਦੋਂ ਦਾ ਲੱਗਾ, ਉਦੋਂ ਮੇਰੇ ਖਿਆਲ ਨਾਲ ਮੇਰੇ ਦਾੜੀ ਦੇ ਵਾਲ ਵੀ ਚਿੱਟੇ ਨੀਚੇ ਆਏ। ਜਦੋਂ ਮੈਂ ਪੰਜਾਬੀ ਰੇਡੀਓ US ਤੇ ਆਇਆ ਸੀਗਾ, ਤਾਂ ਲੰਬਾ ਸਮਾਂ ਹੋ ਗਿਆ। ਤਾਂ ਉਹ ਬਹੁਤ ਲੰਬਾ ਸਮਾਂ ਮੈਂ ਤੁਹਾਡੇ ਵਿੱਚ ਆ। ਦੇਖ ਲਓ, ਠੀਕ ਹੈ, ਬਹੁਤ ਵਾਰੀ ਸੁਣਨ ਨੂੰ ਮਿਲਦਾ, ਬਹੁਤ ਗਲਤੀਆਂ ਕੀਤੀਆਂ ਨੇ ਮੈਂ ਆਪਣੀ ਲਾਈਫ 'ਚ ਜਾਂ ਆਪਣੇ ਪ੍ਰੋਫੈਸ਼ਨਲ ਜੀਵਨ 'ਚ, ਬਟ ਮੈਂ ਤੁਹਾਡੇ ਨਾਲ ਹਾਲ ਦੀ ਘੜੀ ਨਿਭਾ ਰਿਹਾ। ਔਰ ਤੁਹਾਡੇ ਨਾਲ ਮੇਰਾ ਵਾਅਦਾ ਹੈ, ਮੈਨੂੰ ਨਹੀਂ ਪਤਾ ਕਿ ਜਦ ਤੱਕ ਤੁਸੀਂ ਇਜਾਜ਼ਤ ਦਿਓਗੇ, ਆਗਿਆ ਦਿਓਗੇ, ਆਪਾਂ ਇੱਥੇ ਹੀ ਆ। 3 ਸਰਕਾਰਾਂ ਵੇਖ ਲਈਆਂ ਤੁਸੀਂ, 3 ਸਰਕਾਰਾਂ, ਬਹੁਤ ਕੁਝ ਹੋਇਆ, ਟਿਕਟਾਂ ਆਫਰ ਤੱਕ ਵੀ ਹੋਈਆਂ ਨੇ ਮੈਨੂੰ ਵੀ, ਪਰ ਆਪਾਂ ਹੱਥ ਜੋੜ ਦਿੱਤੇ ਕਿ ਮੇਰੀ ਔਕਾਤ ਨਹੀਂ ਐਨੀ। ਜੋ ਮੈਨੂੰ ਵਾਹਿਗੁਰੂ ਨੇ ਸੇਵਾ ਬਖਸ਼ੀ ਹੈ, ਬਸ ਮੈਨੂੰ ਉਹੀ ਕਰ ਲੈਂਦੇ, ਉਹ ਬਹੁਤ ਆ। ਮੈਂ ਇੰਨੇ ਜੋਗਾ ਹੀ ਹਾਂ ਕਿ ਮੈਂ ਆਪਣੇ ਜਿਹੜੇ NRI ਭਰਾ ਉਹਨਾਂ ਦੇ ਨਾਲ ਵਾਸਤਾ ਹੋ ਕੇ ਉਹਨਾਂ ਨੂੰ ਕੁਝ ਦੇ ਕੇ ਤੇ ਰੋਜੀ ਰੋਟੀ ਲੈ ਲਵਾਂ, ਬਸ ਇਹੀ ਬਹੁਤ ਆ। ਸੋ ਬਾਕੀ ਕੌਣ ਬੰਦਾ ਕੀ ਕਰਦਾ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ। ਮੇਰੇ ਲਈ ਤੁਸੀਂ ਵੀ ਭਰਾ ਹੋ, ਤੇ ਜਿਹੜੇ ਗਏ ਨੇ ਜਿਨ੍ਹਾਂ ਬਾਰੇ ਕਹਿ ਰਹੇ ਹੋ ਵੀ ਭਰਾ ਜੀ। ਬਿਲਕੁਲ, ਉਹਨਾਂ ਨੇ ਸਰਕਾਰੀ ਜੌਬ ਲੈਣੀ ਆ, ਉਹਨਾਂ ਨੇ ਉਹ ਅਹੁਦਾ ਲੈਣਾ ਨਹੀਂ ਲੈਣਾ, ਉਹਨਾਂ ਦਾ ਨਿੱਜੀ ਫੈਸਲਾ ਆ। ਤੇ ਇਹ ਆਪਾਂ ਉਹਨਾਂ ਨੂੰ ਕਿਸੇ ਨੂੰ ਕੋਈ ਧੱਕਾ ਤਾਂ ਨਹੀਂ ਜਿਹੜਾ ਕਿਸੇ ਚੀਜ਼ ਦੇ ਵਿੱਚ ਉਹ ਕਰ ਸਕਦੇ। ਬਾਕੀ ਜੇ ਕਿਤੇ ਹੋਏ ਤੇ ਚਾਂਸ ਜੇ ਲੱਗਾ ਤਾਂ ਜ਼ਰੂਰ ਗੱਲਬਾਤ ਕਰਾਉਣ ਦੀ ਆਪਾਂ ਕੋਸ਼ਿਸ਼ ਜ਼ਰੂਰ ਇਸ ਦੇ ਵਿੱਚ ਜੀ ਕਰਾ ਦਿਓ ਕਿਸੇ ਦਿਨ। ਉਹ ਵਿਛੜਿਆਂ ਦੇ ਮੇਲੇ ਹੋ ਗਏ ਨਾ, ਵਿਛੜਿਆਂ ਦੇ ਮੇਲੇ, ਕਿਤੇ ਵਿਛੜਿਆਂ ਦੇ ਮੇਲੇ ਕਰਾ ਦਿਓ, ਕੋਈ ਗੱਲ ਨਹੀਂ ਹੈ। ਫਿਰ ਕੀ ਹੈ, ਉਹ ਆਪਣੇ ਤਾਂ ਆਪਣੇ ਰਹਿੰਦੇ ਨੇ। ਚਲੋ ਕਿਸੇ ਨੇ ਦੇਖੋ, ਆਪਾਂ ਕੋਈ ਕਿਸੇ ਰਸਤੇ ਪੈ ਜਾਂਦਾ, ਕੋਈ ਕਿਸੇ ਰਸਤੇ ਪੈ ਜਾਂਦਾ ਹੈ, ਤਾਂ ਆਪਾਂ ਪੰਜਾਬੀ ਨਾ ਭਰਾ ਹੀ ਆ ਸਾਰੇ। ਕੋਈ ਕਿਸੇ ਦੀ ਆਈਡੀਓਲੋਜੀ, ਕੋਈ ਕਾਮਰੇਡ ਹੈ, ਕੋਈ ਖਾਲਿਸਤਾਨੀ ਹੈ, ਕੋਈ ਲਿਬਰਲ ਹੈ, ਕੋਈ ਸੈਂਟਰਲਿਸਟ ਆ, ਸਾਰੇ ਹੈ ਤਾਂ ਪੰਜਾਬੀ ਆ, ਭਰਾ ਹੀ ਆ, ਕੋਈ ਚੱਕਰ ਨਹੀਂ ਇਹਦੇ 'ਚ ਕੀ। ਜੀ ਬਿਲਕੁਲ। ਸਰਵਣ ਸਿੰਘ ਜੀ,
ਸਰਵਨ ਸਿੰਘ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਮੇਰਾ ਇੱਕ ਸਵਾਲ ਇਹ ਹੈ ਕਿ ਅਸੀਂ ਜਿੱਦਾਂ ਇੱਥੇ ਰਹਿੰਦੇ ਆ ਤਾਂ ਬੇਟਾ ਮੇਰਾ ਆਰਮੀ 'ਚ ਆ, ਮੈਂ ਵੀ ਆਲਰੇਡੀ ਆਰਮੀ 'ਚੋਂ ਰਿਟਾਇਰਡ ਆ ਸੂਬੇਦਾਰ। ਇੰਡੀਅਨ ਆਰਮੀ ਕਿ ਯੂਐਸ ਆਰਮੀ ਸਰ? ਨਹੀਂ, ਇੰਡੀਅਨ ਆਰਮੀ 'ਚੋਂ। ਠੀਕ ਹੈ ਜੀ। ਓਕੇ ਜੀ। ਤੇ ਮੈਂ ਉਸ ਤੋਂ ਬਾਅਦ ਬੇਟੀ ਸਾਡੀ ਇੱਥੇ ਆਈ ਸੀ, ਉਹਨੇ ਸੱਦ ਲਿਆ ਸੀ, ਮੈਂ ਇੱਥੇ, ਮੈਂ ਤੇ ਮੇਰੀ ਫੈਮਿਲੀ ਇੱਥੇ ਮਿਸਟਰ ਆ ਗਏ। ਤੇ ਹੁਣ ਬੇਟਾ ਮੇਰਾ ਆਲਰੇਡੀ ਉਹਦੀ ਵੀ 26 ਸਾਲ ਨੌਕਰੀ ਹੋ ਗਈ ਹੈ ਫੌਜ ਦੇ ਵਿੱਚ, ਉਹ ਵੀ ਸੂਬੇਦਾਰ ਹੈ, ਇਸ ਵੇਲੇ ਪ੍ਰੈਜ਼ੀਡੈਂਟ ਰੈਂਕ ਆ, ਲੇਹ ਲਦਾਖ ਦੇ ਵਿੱਚ ਪੋਸਟਡ ਹੈ ਉਹ। ਤੇ ਸਾਡੇ ਜੀ, ਗੁਆਂਢ ਜੀ। ਇੱਕ ਪੇਸ਼ੀਆ ਰਿਟਾਇਰ ਰਹਿੰਦਾ ਹੈ, ਤੇ ਉਸਨੇ ਰਿਪੋਰਟ ਮਤਲਬ ਕਿ ਉਹ ਸੀਗਾ ਅਫਸਰਾਂ ਦਾ ਅਰਦਲੀ ਜਾਂ ਬੂਟ ਪਾਲਿਸ਼ ਵਾਲਾ ਲਾ ਲਓ ਜਾਂ ਜੋ ਵੀ ਕਹਿ ਸਕਦੇ ਆ। ਉਹ ਫੋਨਾਂ ਹਾਂਜੀ। ਤੇ ਜਿੱਦਾਂ ਪੋਸਟਾ ਟੌਟ ਬਣਿਆ ਹੁੰਦਾ, ਉਹ ਹੁਣ ਮੇਰੇ ਬੱਚੇ ਦਾ ਨਾਂ ਉਹਨੇ ਲੈਤਾ। ਇੱਕ ਬੰਦਾ ਹੋਰ ਸੀ ਵੀ ਇਹ ਨਸ਼ੇ ਵੇਚਦੇ ਆ। ਹਾਲੇ ਤੱਕ ਅੱਛਾ ਘਰ ਤੱਕ ਜੀ। ਕੋਈ ਆਇਆ ਨਹੀਂ, ਵੈਸੇ ਸਾਨੂੰ ਪਤਾ ਲੱਗ ਗਿਆ ਕਿ ਕਿਹੜਾ ਬੰਦਾ ਆ। ਤੇ ਇਹਦੇ ਵਾਸਤੇ ਅਸੀਂ ਕੀ ਕਰ ਸਕਦੇ ਆ? ਨਹੀਂ ਸਰ, ਤੁਸੀਂ ਬੇਝਿਜਕੋ ਇਧਰੋਂ ਪਾਓ ਆਪਣੀ। ਇੱਕ ਤਾਂ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਤੁਹਾਡੇ ਐਨਆਰਆਈ ਦੇ ਮਾਮਲੇ ਸਾਂਭ ਰਹੇ ਆ, ਉਹਨਾਂ ਨੂੰ ਪਾ ਲਓ ਮੇਲ। ਤੇ ਤੁਸੀਂ ਇੰਨੀ ਕੁ ਸੇਵਾ ਕਰੋ ਰਾਜਕਰਨਵੀਰ ਜੀ, ਤੁਸੀਂ ਸਾਰਿਆਂ ਦੇ ਮੇਲ ਕੱਢ ਕੇ ਤੇ ਦਿਓ ਇਹਨਾਂ ਨੂੰ ਜਦੋਂ ਵੀ ਤੁਹਾਨੂੰ ਇਹ ਦੇਣ। ਤੇ ਉਹ ਮੇਲ ਦੇ ਦੇਣਗੇ ਜੀ, ਤੁਹਾਨੂੰ ਐਡਰੈਸ ਮਿਲ ਜਾਏਗਾ। ਇੱਕ ਤਾਂ ਪੰਜਾਬ ਗਵਰਨਮੈਂਟ ਦਾ ਮੇਲ ਐਡਰੈਸ ਦੇ ਦਿਓ ਇਹਨਾਂ ਦਾ, ਇਹਨਾਂ ਨੂੰ ਸੀਐਮ ਸਾਹਿਬ ਦਾ। ਦੂਸਰਾ ਡੀਜੀਪੀ, ਤੇ ਤੀਸਰੇ ਉਹ ਐਨਆਰਆਈ ਦੇ ਮਾਮਲੇ। ਤੁਸੀਂ ਇੱਥੋਂ ਲਾਓਗੇ ਤਾਂ ਮੇਰੇ ਖਿਆਲ ਦੇ ਨਾਲ ਜ਼ਰੂਰ ਦਾਦ ਫਰਿਆਦ ਸੁਣੀ ਜਾਏਗੀ। ਜੇ ਨਹੀਂ ਤਾਂ ਤੁਹਾਡੇ ਕੋਲ ਇੱਕ ਕੋਰਟ ਜਾਣ ਦਾ ਵੀ ਆਪਸ਼ਨ ਹੈਗਾ। ਤੇ ਬਾਕੀ ਗੱਲ ਇਹ ਕਿ ਮੇਰੇ ਖਿਆਲ ਦੇ ਨਾਲ ਤੇ ਜੇ ਤੁਹਾਡੇ ਉੱਥੇ ਬੱਚੇ ਦੇ ਜਿਹੜੇ ਹੋ ਗਏ ਹੈਗੇ ਸੀਨੀਅਰ ਆਰਮੀ ਅਫੀਸਰ ਨੇ ਜਿਹੜੇ, ਮੇਰੇ ਖਿਆਲ ਦੇ ਨਾਲ ਤਾਂ ਉਹ ਹੀ ਪੂਰੀ ਪਾ ਦੇਣਗੇ। ਉਹਨਾਂ ਦੀ ਬਹੁਤ ਧਾਕ ਹੁੰਦੀ ਹੈ ਇਹੋ ਜਿਹੇ ਮਾਮਲੇ 'ਚ ਕਿ ਸਾਡਾ ਜਵਾਨ ਆ, ਤੁਸੀਂ ਇਹਨੂੰ ਕਿਵੇਂ ਬਦਨਾਮ ਕਰਨ ਦਾ ਯਤਨ ਕਰ ਰਹੇ ਹੋ ਬਈ। ਸੋ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਹੁਤ ਆਪਸ਼ਨ ਹੈਗੇ ਨੇ। ਤਾਂ ਤੁਸੀਂ ਕੰਪਲੇਂਟ ਸਭ ਤੋਂ ਪਹਿਲਾਂ ਆਪਣੇ ਵੱਲੋਂ ਪਾਓ ਕੁਲਦੀਪ ਸਿੰਘ ਧਾਲੀਵਾਲ ਨੂੰ, ਜੇ ਹੋ ਸਕੇ ਤੇ ਕੋਈ ਡਾਇਰੈਕਟਲੀ ਫੋਨ ਕਰ ਲਓ। ਓਕੇ, ਰਾਜਕਰਨ ਜੀ ਮੈਨੂੰ ਮਾੜੇ ਭੇਜ ਦਿਓਗੇ ਤੁਸੀਂ WhatsApp ਤੇ? ਹਾਂਜੀ, ਤੁਸੀਂ ਇਦਾਂ ਕਰਿਓ ਜੀ, ਬਾਅਦ ਦੇ ਵਿੱਚ ਪਲੀਜ਼ ਮੈਨੂੰ ਕਾਲ ਕਰ ਲਿਓ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ। ਜਿਹੜਾ ਮੈਂ ਅਗਲਾ ਪ੍ਰੋਗਰਾਮ ਕਰਨਾ ਖਬਰਾਂ ਵਾਲਾ, ਉਸ ਤੋਂ ਬਾਅਦ ਦੇ ਵਿੱਚ ਕਰਿਓ ਤੇ ਮੈਂ ਟਰਾਈ ਕਰਦਾ ਉਦੋਂ ਤੱਕ ਜਿਹੜਾ ਉਹ ਲੱਭਣ ਤੇ। ਠੀਕ ਹੈ ਜੀ। ਕਿੰਨੇ ਕੁ ਵਜੇ ਕਰਨੀ ਆਈਡੀਆ ਕੋਈ ਟਾਈਮ? ਤੁਸੀਂ ਅਟਕ ਕੇ ਕਰ ਲਿਓ, 2 ਘੰਟਿਆਂ ਨੂੰ ਕਰਿਓ ਜੀ ਕਾਲ। ਠੀਕ ਹੈ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਭਾਜੀ ਜੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਦੇ ਵੱਲ ਨੂੰ ਆ, ਤੇ ਜਾਂਦੇ ਜਾਂਦੇ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਚਟਾਲੇ ਹੁਣਾਂ ਨੂੰ ਹੁਣ ਪੰਜਾਬ ਦਾ ਜਿਹੜਾ ਚੌਪਰ ਦਾ ਉਹ ਵੀ ਮਸਲਾ ਜਿਹੜਾ ਇੱਕ ਭਖਿਆ ਆ, ਉਧਰ ਉਹ ਡਿਪਟੀ ਸੀਐਮ ਨੇ, ਇੱਧਰ ਪੰਜਾਬ ਦਾ ਚੌਪਰ ਜਾਈ ਜਾਂਦਾ, ਕੀ ਘਾਲਾ ਮਾਲਾ ਚੱਲਦਾ ਜੀ? ਨਹੀਂ, ਇਹ ਅੱਗੇ ਵੀ ਗਿਆ ਹੈ, ਵੈਸੇ ਚੌਪਰ ਅੱਗੇ ਵੀ ਗਿਆ। ਖੱਟਰ ਵੀ ਇੱਕ ਵਾਰੀ ਯੂਜ਼ ਕੀਤਾ ਸੀਗਾ ਅਮਰਿੰਦਰ ਸਿੰਘ ਰਾਜ ਦੇ ਵਿੱਚ, ਇੱਕ ਵਾਰੀ ਦਾ ਤਾਂ ਮੈਨੂੰ ਪੱਕਾ ਪਤਾ। ਤੋ ਇਹ ਵਰਤਾ ਇਹਨਾਂ ਦਾ ਕਿਵੇਂ ਆ, ਹੁਣ ਕੀ ਲੈਂਦੇ ਨੇ ਆ, ਕਿਉਂਕਿ ਉਹਨਾਂ ਕੋਲ ਤੇ ਚੌਪਰ ਮੇਰੇ ਖਿਆਲ ਦੇ ਨਾਲ ਹੈ ਹੀ ਨਹੀਂ ਸੀਗਾ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ। ਜੇ ਆਪਾਂ ਇਹ ਵੀ ਕਹੀਏ ਕਿ ਚਲੋ ਦਾਤੀ ਸਾਡੀ ਉਹ ਲੈ ਗਿਆ ਤੇ ਵੇਲੇ ਅਸੀਂ ਦਾਤੀ ਉਹਨਾਂ ਦੀ ਲੈ ਆਵਾਂਗੇ, ਉਹਨਾਂ ਕੋਲ ਤੇ ਚੌਪਰ ਹੈ ਨਹੀਂ ਸੀ ਪਹਿਲਾਂ, ਹੁਣ ਸ਼ਾਇਦ ਲੈ ਲਿਆ ਹੋਵੇ। ਜੇ ਲੈ ਲਿਆ ਤੇ ਫਿਰ ਇੱਧਰੋਂ ਕਾਤੋਂ ਮੰਗੀ ਫਿਰਦੇ ਆ, ਤਾਂ ਵਾਹਵਾ ਵੱਡਾ ਸਵਾਲ ਆ। ਖੈਰ ਜੋ ਵੀ ਆ, ਪਰ ਗੱਲ ਇਹ ਆ ਕਿ ਹੁਣ ਸਾਨੂੰ ਤੇ ਆਪਦੇ ਮੁੱਦਿਆਂ ਦੀ ਜਾਣਕਾਰੀ ਨਹੀਂ ਦਿੰਦੇ, ਤੇ ਫਿਰ ਇਹ ਜਾਣਕਾਰੀ ਕਿਹਨੇ ਦੇਣੀ ਹੈ ਕਿ ਬਈ ਉਹ ਕਿਹੜੇ ਵਹੁਚ ਲਈ ਫਿਰਦੇ ਆ। ਕਿਤੇ ਇਹ ਤੇ ਨਹੀਂ ਕੋਈ ਕਰਜ਼ਾ ਕੁਰਜ਼ਾ ਉਹਨਾਂ ਤੋਂ ਵੀ ਲਈ ਬੈਠੇ ਤੇ ਉਹਦਾ ਕਿਹਾ ਕਿ 4 ਦਿਨ ਸਾਨੂੰ ਦੇ ਦਿਓ ਤੇ ਪੈਸੇ ਜਦੋਂ ਲਾ ਦਿਓਗੇ ਤੇ ਉਦੋਂ ਲੈ ਜਾਓ, ਜੇ ਆਪਦਾ ਹੈ ਉਦੋਂ ਕਿਤੋਂ ਲੈ ਜਾਓ। ਜੀ ਜੀ, ਸ਼ੁਕਰੀਆ ਮਿੰਟੂ ਜੀ, ਸਮਾਂ ਦੀ ਸਮਾਪਤੀ ਹੈ ਇੱਥੇ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।